ਜੇਕਰ ਅੱਜ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਜਿਹੜੀਆਂ ਆਮ ਆਦਮੀ ਪਾਰਟੀ ਹੋ ਗਈ, ਕਾਂਗਰਸ ਹੋ ਗਈ, ਉਹ ਤਾਂ ਦਿਨੋਂ ਦਿਨ ਜਿਹੜੇ ਆ ਉਹ ਬੀਜੇਪੀ ਤੇ ਵਾਰ ਕਰ ਰਹੀ। ਉਹ ਕਹਿ ਰਹੀ ਹੈ ਕਿ ਲੋਕਡਾਊਨ ਦੇ ਵਿੱਚ ਜਿਹੜਾ ਵਾ ਉਹ ਬੀਜੇਪੀ ਨੇ ਜਿਹੜਾ ਵਾ ਗਰੀਬ ਜਨਤਾ ਦਾ ਲੱਕ ਤੋੜ ਦਿੱਤਾ ਵਾ। ਵੀ ਇਲਜ਼ਾਮ ਲਾਉਂਦੇ ਜੋ ਕਾਂਗਰਸ ਦੇ ਕਿ ਜਿੰਨਾ ਰਾਸ਼ਨ ਸੈਂਟਰ ਤੋਂ ਆਇਆ ਵਾ ਉਹ ਕਾਂਗਰਸ ਨੇ ਦਬਾ ਦਿੱਤਾ ਵਾ। ਕਾਂਗਰਸ ਤਾਂ ਕਹਿ ਰਹੀ ਹੈ ਕਿ ਬੀਜੇਪੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਵਾ। हर जिले च हर तहसील लेवल से पुतले साड़े ज्यादा किते रोज किया थोड़ी जागी लोग ਪੁਤਲਾ ਸਾੜਿਆਂ ਦੇ ਨਾਲ ਕੀ ਗੱਲ ਹੈ ਜਿਹੜਾ ਲੋਕਾਂ ਦਾ ਵਜ਼ੀਫਾ ਮਿਲ ਜਾਏਗਾ। सोच माड़ी सरकार साडी पंजाब सरकार की सोच माड़ी। ਤੁਸੀਂ SC ST ਹੱਬ ਪੜ੍ਹ ਕੇ ਵੇਖੋ, ਗੂਗਲ 'ਚ ਖੋਲ ਕੇ ਦੇਖੋ। ਤੁਸੀਂ SC ST ਹੱਬ ਦੀ ਗੱਲ ਤੱਕ ਬਡਾਲਾ ਸਾਹਿਬ ਕਰ ਰਹੇ ਜੋ, ਪਰ ਲੋਕਾਂ ਦੇ ਸਾਹਮਣੇ SC ST ਹੱਬ ਨੂੰ ਲੈ ਕੇ ਕਿਉਂ ਨਹੀਂ ਆਉਂਦੇ। SC ਆਪਾਂ ਗੱਲ ਕਰ ਲਈਏ ਹਲਕਾ ਅਟਾਰੀ ਦੀ, ਉੱਥੇ ਇਸ ਟਾਈਮ ਐਸੀ ਆ ਕਿ ਬੀਜੇਪੀ ਦਾ ਕਿਹੜਾ ਲੀਡਰ ਉੱਥੇ ਆ ਰਿਹਾ ਵਾ, ਕੁਝ ਪਤਾ ਵਾ ਕਿ ਜਾਂ ਕੋਈ ਪੈਰਾਸ਼ੂਟ ਲੀਡਰ ਹੀ ਤਾਰੋਗੇ ਗਰਾਊਂਡ ਜ਼ੀਰੋ ਜੀ। ਉਹਦੀ ਲੋਕ ਵੇਖੀ ਬਿਲਕੁਲ ਜੀ। ਅੱਜ ਉਹ ਸਭ ਬੀਜੇਪੀ ਦੀ ਬਦੌਲਤ ਹੈ। ਉਹ ਅਕਾਲੀ ਦਲ ਤੱਕ ਰੈਡ ਲੈ ਜਾਏ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਅਵਤਾਰ ਘੰਡਾ, ਤੁਸੀਂ ਦੇਖ ਰਹੇ ਜੋ ਜਾਗੋ ਪੰਜਾਬ ਟੀਵੀ। ਅੱਜ ਸਾਡੇ ਨਾਲ ਨੇ ਬੀਜੇਪੀ ਤੋਂ ਸਮਾਜਿਕ ਨਿਆਂ ਅਧਿਕਾਰ ਮੰਤਰਾਲੇ ਤੋਂ ਸੰਤੋਖ ਸਿੰਘ ਗਮਟਾਲਾ ਜੀ, ਤੇ ਉਹਨਾਂ ਦੇ ਨਾਲ ਗੱਲ ਕਰਾਂਗੇ ਜੋ ਪੰਜਾਬ ਦੇ ਹਾਲਾਤ ਨੇ, ਜੋ ਭੱਖ ਦੇ ਮੁੱਦੇ ਨੇ ਪੰਜਾਬ ਦੇ, ਉਹਨਾਂ ਦੇ ਨਾਲ ਗੱਲ ਕਰਾਂਗੇ। ਗਮਟਾਲਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਾਗੋ ਪੰਜਾਬ ਟੀਵੀ ਦੇ ਵਿੱਚ। ਧੰਨਵਾਦ ਜੀ। ਆਪ ਜੀ ਦੇ ਚੈਨਲ ਦੇ ਮਾਧਿਅਮ ਤੇ ਮੈਂ ਆਪ ਜੀ ਦਾ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗਮਟਾਲਾ ਸਾਹਿਬ, ਆਪਾਂ ਅੱਜ ਗੱਲ ਕਰਾਂਗੇ ਤੁਹਾਨੂੰ ਸਮਾਜਿਕ ਨਿਆਂ ਅਧਿਕਾਰਤਾ ਮੰਤਰਾਲੇ ਵੱਲੋਂ ਜੋ ਤੁਹਾਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ ਬੀਜੇਪੀ ਵੱਲੋਂ, ਸੈਂਟਰ ਦੇ ਵੱਲੋਂ, ਭਾਰਤ ਸਰਕਾਰ ਦੇ ਵੱਲੋਂ, ਅਤੇ ਇਹ ਤੁਹਾਨੂੰ ਜ਼ਿੰਮੇਵਾਰੀ ਨਿਭਾਉਂਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਵਾ, ਤੇ ਤੁਸੀਂ ਸ਼ਡਿਊਲ ਕਾਸਟ ਲੋਕਾਂ ਦੀ ਕੀ ਕਰ ਰਹੇ ਜੀ? ਤਕਰੀਬਨ 1.5 ਸਾਲ ਹੋ ਗਏ ਜੀ। ਮੈਂ ਫਰਵਰੀ ਦੇ ਵਿੱਚ ਜੁਆਇਨਿੰਗ ਕੀਤੀ ਸੀ। ਇਹ ਸਾਡਾ ਜਿਹੜਾ ਸਮਾਜਿਕ ਨਿਆਂ ਅਧਿਕਾਰਤਾ ਮੰਤਰਾਲਾ, ਇਹ ਸਾਰਾ ਸ਼ਡਿਊਲ ਕਾਸਟ ਨਾਲ ਸੰਬੰਧਿਤ ਹੈ ਜੀ। ਇਹਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਗਰੀਬਾਂ ਦੇ ਨਾਲ, ਹੈਂਡੀਕੈਪਟਾਂ ਦੇ ਨਾਲ, ਸਟੂਡੈਂਟ ਦੇ ਨਾਲ, ਜਿਹੜਾ ਤੁਹਾਡਾ ਪਿੱਛੇ ਮੁੱਦਾ ਚੱਲਿਆ ਜਾਂ ਸਕੋਲਰਸ਼ਿਪ ਵਾਲਾ, ਇਹ ਵੀ ਸਾਡੇ ਮਹਿਕਮੇ ਦੀ ਦੇਣ ਹੈਗੀ ਆ ਜੀ। ਇਹ ਸਾਰੀ ਸੈਂਟਰ ਵੱਲੋਂ ਸਾਡੇ ਮਹਿਕਮੇ ਥਰੂ ਹੀ ਹੁੰਦਾ ਆ। ਇਸ ਕਰਕੇ ਜਿਹੜਾ ਸਾਡੀ ਸ਼ਡਿਊਲ ਕਾਸਟ ਜਿਹੜੇ ਬੇਰੁਜ਼ਗਾਰ ਆ, ਜਿਹੜੇ ਅਨਐਮਪਲਾਈ ਆ, ਉਹਨਾਂ ਦੇ ਦਿਮਾਗ ਦਾ ਆਪਰੇਸ਼ਨ ਹੋਣਾ ਹੋਵੇ, ਹਾਰਟ ਦਾ ਹੋਣਾ ਹੋਵੇ, ਰੀੜ੍ਹ ਦੀ ਦਾ ਹੋਵੇ, ਗੁਰਦੇ ਦਾ ਹੋਵੇ, ਉਹਦੇ ਵਾਸਤੇ ਸੈਂਟਰ ਗੌਰਮੈਂਟ ਇਲਾਜ ਵਾਸਤੇ, ਆਪਰੇਸ਼ਨ ਵਾਸਤੇ ਪੈਸੇ ਦਿੰਦੀ ਹੈ। ਪਰ ਜੇਕਰ ਅੱਜ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਜਿਹੜੀਆਂ ਆਮ ਆਦਮੀ ਪਾਰਟੀ ਹੋ ਗਈ, ਕਾਂਗਰਸ ਹੋ ਗਈ, ਉਹ ਤਾਂ ਦਿਨੋਂ ਦਿਨ ਜਿਹੜੇ ਆ ਉਹ ਬੀਜੇਪੀ ਤੇ ਵਾਰ ਕਰ ਰਹੀ। ਉਹ ਕਹਿ ਰਹੀ ਹੈ ਕਿ ਲੋਕਡਾਊਨ ਦੇ ਵਿੱਚ ਜਿਹੜਾ ਵਾ ਉਹ ਬੀਜੇਪੀ ਨੇ ਜਿਹੜਾ ਵਾ ਗਰੀਬ ਜਨਤਾ ਦਾ ਲੱਕ ਤੋੜ ਦਿੱਤਾ ਵਾ। ਲੋਕਡਾਊਨ ਦੇ ਵਿੱਚ ਕੀ ਤੁਸੀਂ ਇਹ ਮੁੱਦਾ ਸੈਂਟਰ ਦੇ ਵਿੱਚ ਕਿਉਂ ਨਹੀਂ ਉਠਾਇਆ ਵੀ ਜੋ ਤੁਸੀਂ ਇੱਕ ਸ਼ਡਿਊਲ ਕਾਸਟ ਦੇ ਅਹੁਦੇਦਾਰ ਸੀਗੇ, ਤੁਸੀਂ ਇਸ ਮੁੱਦੇ ਨੂੰ ਲੈ ਕੇ ਨਹੀਂ ਪਹੁੰਚੇ? ਤੁਹਾਨੂੰ ਪਤਾ ਵੀ ਅਸੀਂ ਰੌਲਾ ਪਾਉਂਦੇ ਰਹੇ ਵੀ ਜਿਹੜਾ ਸੈਂਟਰ ਦੇ ਰਾਸ਼ਨ ਭੇਜਿਆ ਉਹ ਸਾਡੀ ਪੰਜਾਬ ਸਰਕਾਰ ਸਾਰਾ ਦਬਾ ਕੇ ਵਿੱਚ ਹੀ ਖਾ ਗਈ ਆ, ਉਹ ਨਹੀਂ ਪੂਰਾ ਵੰਡਿਆ। ਜਦ ਤੱਕ ਇਹਨਾਂ ਨੇ ਆਪਣੇ ਝੇਟਿਆਂ ਦੇ ਘਰ ਮੇਰੀ ਕਿੰਨੀਆਂ ਨਾਲ 'ਚ ਵੀਡੀਓ ਪਾਈਆਂ ਨੇ। ਇਹ ਸਿਰਫ ਆਪੋਜੀਸ਼ਨ ਦੇ ਵਿੱਚ ਸਵਾਏ ਦਾ ਮੁਖਾਲਫਤ ਕਰਨ ਤੋਂ ਹੋਰ ਕੁਝ ਨਹੀਂ ਹੈਗਾ। ਤਾਂ ਮੁੱਦਾ ਨਾ ਕੋਈ ਇਲਜ਼ਾਮ ਲਾਉਂਦੇ ਜੋ ਕਾਂਗਰਸ ਦੇ ਕਿ ਜਿੰਨਾ ਰਾਸ਼ਨ ਸੈਂਟਰ ਤੋਂ ਆਇਆ ਵਾ ਉਹ ਕਾਂਗਰਸ ਨੇ ਦਬਾ ਦਿੱਤਾ ਵਾ। ਕਾਂਗਰਸ ਤਾਂ ਕਹਿ ਰਹੀ ਹੈ ਕਿ ਬੀਜੇਪੀ ਨੇ ਲੋਕਾਂ ਦਾ ਲੱਕ ਤੋੜ ਦਿੱਤਾ। ਕਿੱਦਾਂ? ਆਪ ਤੁਸੀਂ ਹੁਣ ਸਕੋਲਰਸ਼ਿਪ ਦੀ ਵੇਖ ਲਓ ਸਕੀਮ, 64 ਕਰੋੜ ਰੁਪਈਆ ਜਿਹੜਾ ਵਿਦਿਆਰਥੀਆਂ ਦੇ ਵਜ਼ੀਫੇ ਵਾਸਤੇ ਆਇਆ ਜੀ, ਉਹ ਇਹਨਾਂ ਦਾ ਆਪਣੇ ਹੁਕਮ ਜੀ ਵਰਤ ਲਿਆ। ਕਿਸੇ ਦਾ ਬੱਚਿਆਂ ਦੇ ਵਜ਼ੀਫੇ ਜਿਹੜੇ ਆ ਉਹ ਖਾ ਗਏ ਆ, ਉਹਨਾਂ ਦੇ ਪੇਪਰ ਹੋਣ ਰਹਿ ਗਏ, ਉਹਨਾਂ ਦੀਆਂ ਮਤਲਬ ਐਡਮਿਸ਼ਨਾਂ ਹੋਣ ਰਹਿ ਗਈਆਂ, ਉਹਨਾਂ ਦੇ ਸਰਟੀਫਿਕੇਟ ਨਹੀਂ ਮਿਲਦੇ ਪਏ। ਆਹ ਤੇ ਜੇ ਲੋਕਡਾਊਨ ਹੋਣਾ ਹੁੰਦਾ ਤਾਂ ਬੱਚਿਆਂ ਸਾਰੇ ਸੜਕਾਂ 'ਤੇ ਆ ਜਾਣੇ ਸੀ। ਕਿ ਤੁਸੀਂ ਜੋ ਕਿ ਕਾਂਗਰਸ ਦੇ ਵਿਧਾਇਕ ਵੱਲੋਂ ਲੋਕਾਂ ਦਾ ਜੋ ਬੱਚਿਆਂ ਦਾ, ਗਰੀਬ ਜਨਤਾ ਦਾ ਜੋ ਵਜ਼ੀਫਾ ਖਾਧਾ ਗਿਆ ਵਾ, ਉਹਦੇ ਲਈ ਬੀਜੇਪੀ ਨੇ ਕੀ ਰਣਨੀਤੀ ਬਣਾਈ ਹੈ, ਕੀ ਕਰ ਰਹੀ ਹੈ ਬੀਜੇਪੀ? ਅਸੀਂ ਤੇ ਹਰ ਜ਼ਿਲ੍ਹੇ 'ਚ ਹਰ ਤਹਿਸੀਲ ਲੈਵਲ ਤੇ ਪੁਤਲੇ ਸਾੜੇ ਜ਼ਿਆਦਾ ਕਿਤੇ ਰੋਜ਼ ਕੀਤਾ ਤਾਂ ਇਹ ਥੋੜੀ ਜਾਗੀ ਲੋਕ ਨਹੀਂ। ਪੁਤਲਾ ਸਾੜਿਆਂ ਦੇ ਨਾਲ ਕੀ ਗੱਲ ਹੈ ਜਿਹੜਾ ਲੋਕਾਂ ਦਾ ਵਜ਼ੀਫਾ ਮਿਲ ਜਾਏਗਾ? ਹੋਰ ਤੁਸੀਂ ਕੀ ਕਾਨੂੰਨੀ ਕਾਰਵਾਈ ਲਿਖਤੀ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ? ਸੀਬੀਆਈ ਦੀ ਇਨਕੁਆਇਰੀ ਲਵਾਉਣਗੇ। ਇੱਧਰ ਜੇ ਮੰਗੀ ਸਾਡੀ ਤੇ ਮੰਗੀ ਹੈ ਕਿ ਸੀਬੀਆਈ ਦੀ ਇਨਕੁਆਇਰੀ ਲਾ ਕੇ ਤਾਂ ਇੱਕ ਇਹ ਜਿਹੜਾ ਧਰਮਪੁਰ ਮੰਤਰੀ ਆ, ਇੱਕ ਇਹਨਾਂ ਦਾ ਫਗਵਾੜੇ ਤੋਂ MLA ਆ ਜੀ ਬਲਵਿੰਦਰ ਸਿੰਘ ਧਾਰੀਵਾਲ, ਇਹਨਾਂ ਦੋਵਾਂ ਦੇ ਪਰਚਾ ਹੋਣਾ ਚਾਹੀਦਾ ਤੇ ਇਹਨਾਂ ਨੂੰ ਡਿਸਮਿਸ ਕੀਤਾ ਜਾਂਦਾ।
ਗੱਲ ਕਰਾਂਗੇ 2022 ਦੀ ਕਿ 2022 ਦੇ ਵਿੱਚ 2017 ਦੇ ਵਿੱਚ ਤੁਸੀਂ ਜੋ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਜੋ ਸਰਕਾਰ ਸੀਗੀ ਉਹਨੂੰ ਤੁਸੀਂ ਪੰਜਾਬ ਦੇ ਅੰਦਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ, ਫਿਰ ਕਾਂਗਰਸ ਸਰਕਾਰ ਆ ਗਈ। ਹੁਣ 2017 ਤਾਂ ਗਿਆ, 2022 ਦੇ ਵਿੱਚ ਤੁਹਾਡੀ ਕੀ ਰਣਨੀਤੀ ਹੈ? ਕੀ ਤੁਸੀਂ ਕੀ ਇਕੱਲੇ ਇਲੈਕਸ਼ਨ ਲੜਨਾ ਹੈ ਜੋ ਅਕਾਲੀ ਦਲ ਨੂੰ ਨਾਲ ਲੈ ਕੇ ਚੱਲੋਗੇ? ਦੇਖੋ ਜੀ, ਇਹ ਹਾਈ ਕਮਾਂਡ ਦੇ ਫੈਸਲੇ ਆ। ਹਾਈ ਕਮਾਂਡ ਜੋ ਵੀ ਸਾਨੂੰ ਆਦੇਸ਼ ਦੇਗੀ ਉੱਤੇ ਹੀ ਪੂਰੀ ਉਤਰਾਂਗੇ। ਜੇ ਉਹ ਕਹੇਗੀ ਵੱਖਰਾ ਲੜਨਾ ਤਾਂ ਸਾਡੀ ਪੂਰੀ ਤਿਆਰੀ ਹੈਗੀ ਆ। ਜੇ ਉਹ ਕਹਿਣਗੇ ਵੀ ਅਸੀਂ ਨਾਲ ਚੱਲਣਾ ਤਾਂ ਵੀ ਆਪਾਂ ਤਿਆਰ। ਵੈਸੇ ਤੁਸੀਂ ਕੀ ਤੁਹਾਡਾ ਕੀ ਕਹਿਣਾ ਹੈ ਇਸ ਮੁੱਦੇ 'ਤੇ? ਤੁਸੀਂ ਇੱਕ ਸ਼ਡਿਊਲ ਕੱਢਦੇ ਜੋ ਤੇ ਬੀਜੇਪੀ ਦੇ ਵਿੱਚ ਜੋ ਅਦਰ ਪਾਰਟੀਆਂ ਦਾ ਤਾਂ ਕਹਿਣਾ ਵਾ ਕਿ ਬੀਜੇਪੀ ਦੇ ਵਿੱਚ ਜੋ ਸ਼ਡਿਊਲ ਕਾਸਟ ਨੂੰ ਕੋਈ ਮਾਨਤਾ ਨਹੀਂ ਮਿਲਦੀ ਵੀ, ਉਹਨਾਂ ਨੂੰ ਜਿਹੜਾ ਵਾ ਉਹਨਾਂ ਦੇ ਨਾਲ ਜੋ ਜਾਤੀ ਵਿਤਕਰਾ ਕੀਤਾ ਜਾਂਦਾ ਵਾ। ਤੁਹਾਨੂੰ ਕੀ ਲੱਗਦਾ, ਤੁਸੀਂ ਕਦੀ ਇਹ ਮੁੱਦਾ ਨਹੀਂ ਚੱਕਿਆ? ਕੌਣ ਕਹਿੰਦਾ? ਸਭ ਤੋਂ ਵੱਧ SC MP ਬੀਜੇਪੀ 'ਚ ਆ, ਸਭ ਤੋਂ ਵੱਧ ਜੀ। ਇਸ ਟਾਈਮ ਤਕਰੀਬਨ 88-99 ਜਿਹੜੇ MP ਉਹ ਬੀਜੇਪੀ ਦੇ ਹੀ ਆ। ਬੀਜੇਪੀ 'ਚ ਅਸੀਂ ਹੈ। ਕਿੱਦਾਂ ਉਹ ਸ਼ਡਿਊਲ ਕਾਸਟ ਦੇ ਖਿਲਾਫ ਹੋਈ? ਬੀਜੇਪੀ ਦੇ ਵਿੱਚ ਇਹਨੇ ਐਸੀ ਹੋਣ ਦੇ ਬਾਵਜੂਦ ਵੀ ਕੀ ਗੱਲ ਆ ਕਿ ਐਸੀਆਂ ਨੂੰ ਜੋ ਜਿਹੜੀ ਆ ਉਹ ਕੋਈ ਸੁੱਖ ਸਹੂਲਤਾਂ ਕਿਉਂ ਨਹੀਂ ਮਿਲਦੀਆਂ ਬੀਜੇਪੀ ਦੇ? ਕਿਹੜੀ ਨਹੀਂ ਮਿਲਦੀ ਦੱਸੋ ਮੈਨੂੰ? ਕਿੱਥੇ ਨਹੀਂ ਦਾ ਹਰ ਜਿਹੜੀ ਆ ਸਹੂਲਤ ਜਿਹੜੀ ਆ ਗਰੀਬ ਤੱਕ। ਜੇ ਰਾਹ 'ਚ ਤਾਂ ਜਿਹੜੇ ਲਟੇਰੇ ਖਾ ਜੇ ਕੀ ਕਰਾਂਗੇ ਆਪਾਂ? ਜਦੋਂ ਵਾਰਡ ਖੇਤ ਨੂੰ ਖਾ ਲੱਤੇ ਕੀ ਕਰਾਂਗੇ? ਤੁਸੀਂ ਲਟੇਰੇ ਕਿਹਨਾਂ ਨੂੰ ਕਹਿੰਦੇ? ਤੁਸੀਂ ਕਿਹਨਾਂ ਦੇ ਇਲਜ਼ਾਮ ਲਾਉਂਦੇ? ਪੰਜਾਬ ਸਰਕਾਰ। ਤੁਸੀਂ ਇਲਜ਼ਾਮ ਪੰਜਾਬ ਸਰਕਾਰ ਤੇ ਲਾਉਂਦੇ ਜੋ, ਜਦੋਂ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਵੀ ਆ, MP ਵੀ ਬੀਜੇਪੀ ਦੇ, ਜੋ ਕਾਫੀ MLA ਵੀ ਜਿੱਤਦੇ ਆ ਬੀਜੇਪੀ ਦੇ, ਪਰ ਫਿਰ ਵੀ ਕਿੱਥੇ ਘੁੰਡੀ ਜਾ ਕੇ ਅੜ ਜਾਂਦੀ ਹੈ ਕਿ ਸ਼ਡਿਊਲ ਕਾਸਟ ਨੂੰ ਜਿਹੜਾ ਵਾ ਉਹ ਦੁੱਖ ਦਰਦ ਦਾ ਸਾਹਮਣਾ ਕਰਨਾ ਪੈਂਦਾ ਵਾ। ਪਤਾ ਚੱਕਰ ਕੀ ਆ? ਇਹ ਸੰਵਿਧਾਨ ਮੁਤਾਬਕ ਸਾਨੂੰ ਜਿਹੜਾ ਜੋ ਵੀ ਆਪਣਾ ਸਹੂਲਤਾਂ ਹੈ ਉਹ ਪੰਜਾਬ ਸਰਕਾਰ ਨੂੰ ਜਿਹੜੀ ਪੈਂਦੀਆਂ ਉਹਨਾਂ ਨੇ ਸੈਂਟਰ ਗੌਰਮੈਂਟ ਨੇ ਸਟੇਟ ਗੌਰਮੈਂਟ ਨੂੰ ਦਿੱਤੀਆਂ। ਗਾੜੀ ਸਟੇਟ ਗੌਰਮੈਂਟ ਨਾ ਵਰਤੇ, ਨਾ ਲੋਕਾਂ ਤੱਕ ਚਲੇ, ਉੱਥੇ ਦਾਤੀ ਕਰਾਂਗੇ। ਤੁਸੀਂ ਕਦੀ ਰਾਸ਼ਨ ਦਾ ਮੁੱਦਾ ਲਾ ਲਓ, ਆਹ ਸਕੋਲਰਸ਼ਿਪ ਦਾ ਮੁੱਦਾ ਲਾ ਲਓ, ਕਿੰਨੇ ਜਿਹੇ ਚੀਜ਼ਾਂ ਜਿਹੜੀਆਂ ਇਹਨਾਂ ਆ। ਇਸੇ ਕਰਕੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਨਲਾਈਨ ਸਗੋਂ ਕਰਤਾ ਵੀ ਹਰ ਸਹੂਲਤ ਲੋਕਾਂ ਦੇ ਘਰ ਤੱਕ ਪਹੁੰਚੇ। ਜੇ ਗੱਲ ਕਰੀਏ ਮੁੱਦਿਆਂ ਦੀ, ਆਨਲਾਈਨ ਮੁੱਦੇ ਤੁਸੀਂ ਕਹਿ ਰਹੇ ਕਿ ਸਾਰਾ ਜਿਹੜਾ ਆਨਲਾਈਨ ਕਰ ਦਿੱਤਾ ਵਾ, ਪਰ ਹੁਣ ਤਾਂ ਕਈ ਵਾਰ ਵੇਖਣ ਨੂੰ ਮਿਲਿਆ ਕਿ ਜੋ ਸ਼ਡਿਊਲ ਕਾਸਟ ਗੈਸ ਸਿਲੰਡਰ ਭਰਾਉਂਦੇ ਨੇ ਉਹਨਾਂ ਦੀਆਂ ਵੀ ਇਲਜ਼ਾਮ ਲੱਗ ਰਿਹਾ ਵਾ ਬੀਜੇਪੀ ਦੇ ਕਿ ਜਿਹੜੇ ਉਹਨਾਂ ਸਬਸਿਡੀਆਂ ਜਿਹੜੀਆਂ ਉਹ ਸੈਂਟਰ ਤੋਂ ਬੰਦ ਕਰ ਇਸ ਲਈ ਫ੍ਰੀ ਵੱਡੇ ਗੈਸ ਸਿਲੰਡਰ ਕਰੋੜਾਂ ਦੇ ਹਿਸਾਬ ਨਾਲ, ਹਜ਼ਾਰਾਂ ਦੇ ਨਹੀਂ ਲੱਖਾਂ ਦੇ, ਕਰੋੜਾਂ ਦੇ ਹਿਸਾਬ ਨਾਲ ਹੁੰਦੇ ਆ। ਸੈਂਟਰ ਸਰਕਾਰ ਦੀ ਸਕੀਮ ਸੀ, ਬੀਜੇਪੀ ਦੀ ਸਕੀਮ ਸੀ। ਬੀਜੇਪੀ ਦੀਆਂ ਸਕੀਮਾਂ ਜਿਹੜੀਆਂ ਵਾ, ਇੱਕ ਤੁਸੀਂ ਕਹਿ ਰਹੇ ਕਾਫੀ ਜਿਹੜੀਆਂ ਬੀਜੇਪੀ ਦੀਆਂ ਸਕੀਮਾਂ ਵਾ, ਕਿ ਉਸ ਨੂੰ ਪੰਜਾਬ ਦੇ ਅੰਦਰ ਕਿਉਂ ਨਹੀਂ ਲੈ ਕੇ ਆਉਂਦਾ ਜਾਂਦਾ, ਕਿਉਂ ਨਹੀਂ ਇਹਨਾਂ ਨੂੰ ਲਾਗੂ ਕੀਤਾ ਜਾਂਦਾ? ਸੋਚ ਮਾੜੀ ਸਰਕਾਰ ਸਾਡੀ ਦੀ, ਪੰਜਾਬ ਸਰਕਾਰ ਦੀ ਸੋਚ ਮਾੜੀ ਕਿ ਜੇ ਬੀਜੇਪੀ ਸੈਂਟਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚ ਗਈਆਂ ਤੇ ਸਾਡਾ ਆਉਣ ਵਾਲਾ ਕੱਲ੍ਹ ਜਿਹੜਾ ਖਤਮ, ਤੋਂ ਵੈਸੇ ਵੀ ਖਤਮ ਆ। ਅੱਜ ਦੇਖ ਲਓ ਮਾਸਟਰ ਸੜਕਾਂ ਤੇ, ਵਿਦਿਆਰਥੀ ਸੜਕਾਂ ਤੇ, ਮੁਲਾਜ਼ਮ ਸੜਕਾਂ ਤੇ, ਡਾਕਟਰ ਸੜਕਾਂ ਤੇ, ਸਫਾਈ ਸੇਵਕ ਸੜਕਾਂ ਤੇ। ਹੋਰ ਇਸ ਸਰਕਾਰ ਦਾ ਹੁਣ ਕਿਵੇਂ ਦਾ ਪਤਾ ਸਾਫ਼ ਆ। ਬਸ 22 ਦੀ ਇਲੈਕਸ਼ਨ ਦੇ ਵਿੱਚ ਲੋਕੀ ਇਹਨੂੰ ਇਹੋ ਜਿਹਾ ਜਵਾਬ ਦੇਣਗੇ ਕਿ ਗਾਓ ਕੋਈ ਮੂੰਹ ਦਿਖਾਉਣ ਦੇ ਲੈਣ, ਜਿੱਦਾਂ ਸੈਂਟਰ ਦੇ ਵਿੱਚ ਹੋਇਆ ਨਾ 440 ਸੀਟਾਂ ਦੀ ਤਾਂ ਸਰਕਾਰ ਹੁੰਦੀ ਸੀ ਕਦੀ, ਅੱਜ ਫਿਰ 44 ਸੀਟਾਂ ਤੇ ਰਹਿ ਗਈ ਆ। ਇੱਥੇ 4 ਵੀ ਨਹੀਂ ਮਿਲੀਆਂ ਨਾ ਪੰਜਾਬ 'ਚ। ਕੀ ਪੰਜਾਬ ਦੇ ਅੰਦਰ 2022 ਦੇ ਵਿੱਚ ਜੇਕਰ ਬੀਜੇਪੀ ਦੀ ਸਰਕਾਰ ਆਉਂਦੀ ਹੈ, ਤੁਸੀਂ ਸੈਂਟਰ ਦਾ ਮੈਨੀਫੈਸਟੋ ਲੈ ਕੇ ਆਓਗੇ ਕਿ ਪੰਜਾਬ ਦਾ ਕੋਈ ਅਲੱਗ ਬਣਾਓਗੇ, ਜਾਂ ਪੰਜਾਬ ਦਾ ਜੋ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਵਾ ਬੀਜੇਪੀ ਦੇ ਕੋਲ, ਕੁਝ ਇਸ ਦੇ ਬਾਰੇ ਕੋਈ ਦੱਸੋਗੇ? ਸਾਰਾ ਕੁਝ ਤਿਆਰ ਆ, ਸਿਰਫ ਇਹ ਜਿਹੜੀ ਹਾਈ ਕਮਾਂਡ ਦੇ ਹੁਕਮ ਦੀ ਪਾਲਣਾ ਕਰਨੀ ਆ, ਉਹਦੇ ਹੁਕਮ ਨੂੰ ਦਿਖ ਰਹੇ ਆ। ਜਿੱਦਣ ਸਾਨੂੰ ਹਰੀ ਝੰਡੀ ਦਿੱਤੀ ਸਾਡੀ ਹਾਈ ਕਮਾਂਡ ਨੇ, ਅਸੀਂ ਉਹਦੇ ਮੁਤਾਬਕ ਚੱਲਣਾ। ਕੋਈ ਆਪਣੇ ਲੈਵਲ 'ਤੇ ਆਪਾਂ ਕੋਈ ਵੀ ਐਲਾਨ ਨਹੀਂ ਕਰ ਸਕਦੇ। ਨਹੀਂ, ਅਕਸਰ ਕੋਈ ਬੀਜੇਪੀ ਨੇ ਮੁੱਖ ਮੰਤਰੀ ਦਾ ਚਿਹਰਾ ਤਾਂ ਕੋਈ ਡਿਕਲੇਅਰ ਕੀਤਾ ਹੀ ਹੋਵੇਗਾ। ਬਹੁਤ ਹੈਗੇ, ਬਹੁਤ ਬੜੇ ਸੁਲਝੇ ਕੈਂਡੀਡੇਟ ਹੈਗੇ, ਬੜੇ ਸੁਲਝੇ ਲੀਡਰ ਸਾਡੇ ਕੋਲ ਹੈਗੇ। 2022 ਦੇ ਵਿੱਚ SC ਭਾਈਚਾਰੇ ਦੇ ਲੋਕ ਕਿੰਨੀਆਂ ਸੀਟਾਂ ਦੇ ਜੋ ਐਕਟੀ ਇਲੈਕਸ਼ਨ ਲੜਨਗੇ ਕਿ ਉਹਨਾਂ ਨੂੰ MLA ਦੀ ਜਾਂ MP ਦੀ ਜੋ ਟਿਕਟਾਂ ਵਾ ਬੀਜੇਪੀ ਦੇ ਵੱਲੋਂ SC ਭਾਈਚਾਰੇ ਨੂੰ ਦਿੱਤੀਆਂ ਜਾ ਰਹੀਆਂ, ਕਿੱਥੇ ਲੱੜਦਾ ਹੈ? ਉਹ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਕੋਈ ਜਿੱਥੇ SC ਸਟਾ ਯਾਰ ਉਹ ਸਭ ਲੜਾਂਗੇ ਆਪਾਂ ਗੱਲ ਕਰਾਂਗੇ ਤੁਸੀਂ ਅੰਮ੍ਰਿਤਸਰ ਦੇ ਜੰਪ ਵਾਲੇ, ਜੋ ਅੰਮ੍ਰਿਤਸਰ ਦੇ ਵਿੱਚ ਨਾ ਤਾਂ ਕੋਈ ਇੰਡਸਟਰੀ ਏਰੀਆ ਰਹਿ ਗਿਆ ਵਾ, ਨਾ ਕਿਸੇ ਕੋਲ ਕੋਈ ਕੰਮ ਕਰ ਰਹਿ ਗਿਆ ਵਾ, ਕਿ ਬੀਜੇਪੀ 2022 ਦੇ ਵਿੱਚ ਜੇਕਰ ਸਰਕਾਰ ਆਉਂਦੀ ਤੇ ਇੰਡਸਟਰੀ ਏਰੀਆ ਦੇ ਬਾਰੇ ਤੁਸੀਂ ਕੀ ਸੋਚਿਆ? ਆਹ ਤੁਸੀਂ ਬੜੀ ਮਤਲਬ ਦੀ ਗੱਲ ਪੁੱਛੀ ਆ। ਸੈਂਟਰ ਗੌਰਮੈਂਟ ਨੇ ਇੱਕ SC ST ਹੱਬ ਬਣਾਈ ਆ ਜੀ, ਇਸ ਵੇਲੇ ਬਣਾਇਆ, ਇਸ ਸਰਕਾਰ ਨੇ ਬਣਾਈ, ਬੀਜੇਪੀ ਸਰਕਾਰ ਨੇ ਬਣਾਈਆਂ ਜੀ। ਜਿਹੜੇ ਸਾਡੇ ਪੜ੍ਹੇ ਲਿਖੇ ਬੇਰੁਜ਼ਗਾਰ ਵਿਹਲੇ ਤੁਰੇ ਫਿਰਦੇ ਪੜ੍ਹ ਲਿਖੇ,
ਉਹਨਾਂ ਨੂੰ ਕਾਰੋਬਾਰ ਚਲਾਉਣ ਵਾਸਤੇ। ਜੀ 10,000 ਤੋਂ ਲੈ ਕੇ 10 ਕਰੋੜ ਤੱਕ ਤੁਸੀਂ ਲੋਨ ਲੈ ਕੇ ਆਪਣਾ ਕਾਰੋਬਾਰ ਕਰ ਸਕਦੇ ਹੋ। ਤੁਹਾਡੀ ਜਿੱਦਾਂ ਦੀ ਇੰਡਸਟਰੀ ਆ ਉਹਦੇ ਹਿਸਾਬ ਨਾਲ ਤੁਸੀਂ ਉਹ ਜਿਹਾ ਲੋਨ ਲੈ ਕੇ ਤਾਂ ਆਪਣਾ ਕਾਰੋਬਾਰ ਕਰ ਸਕਦੇ ਹੋ। ਨਾਲ ਦੇ ਨਾਲ ਸਕੀਮ ਇਹ ਬਣਾਏਗੀ ਕਿ ਜੇ ਤੁਸੀਂ ਮਲਟੀ ਕੋਈ ਚੀਜ਼ ਮੈਨੂਫੈਕਚਰ ਕਰਦੇ ਜੋ ਜੀ ਉਹਦੀ ਮਾਰਕੀਟਿੰਗ ਕਿਵੇਂ ਕਰਨੀ ਹੈ ਜੀ। ਤਾਂ ਸਰਕਾਰ ਨੇ ਉਹ ਵੀ ਨਾਲ ਕਾਨੂੰਨ ਬਣਾਤਾ ਹੈ ਕਿ ਜਿੰਨੀ ਭਾਰਤ ਸਰਕਾਰ ਨੂੰ ਉਹ ਚੀਜ਼ ਚਾਹੀਦੀ, ਮੰਨ ਲਓ ਤੁਸੀਂ ਕਮਰੇ ਬਣਾਉਣੇ ਆ, ਸਰਕਾਰ ਨੂੰ ਕਮਰੇ ਚਾਹੀਦੇ ਆ, ਉਹ ਸ਼ਡਿਊਲ ਕਾਸਟ ਦੇ ਕੋਲੋਂ ਪਹਿਲਾਂ 4% ਖਰੀਦ ਕੇ ਬਾਕੀ ਬਾਹਰੋਂ ਫੇਰ ਖਰੀਦੇਗੀ। ਗੱਲ ਤੁਸੀਂ ਲੋਨ ਦੀ ਕੀਤੀ ਹੈ ਘਮਟਾਲਾ ਸਾਹਿਬ, ਪਰ ਕਈ ਵਾਰ ਤਾਂ ਦੇਖਣ ਨੂੰ ਇਹ ਵੀ ਮਿਲਿਆ ਵਾ ਕਿ ਜਦੋਂ ਸ਼ਡਿਊਲ ਕਾਸਟ ਕਿਤੇ ਲੋਨ ਅਪਲਾਈ ਕਰਦਾ ਵਾ ਉਹਦੇ ਕੋਲ ਉੱਥੇ ਰਿਸ਼ਵਤ ਵੀ ਮੰਗੀ ਜਾਂਦੀ ਹੈ, ਉਸ ਨੂੰ ਕਈ ਗਰੰਟੀਆਂ ਪਾਉਣ ਲਈ ਕਿਹਾ ਜਾਂਦਾ ਵਾ। ਫਿਰ ਤੁਸੀਂ ਕਿਸ ਆਧਾਰ ਤੇ ਕਹੀ ਜਾਂਦੇ ਕਿਉਂਕਿ ਬੀਜੇਪੀ ਸੈਂਟਰ ਨੇ ਅੱਜ ਦੇ ਟਾਈਮ ਮੇਰੇ ਕੋਲ ਲੈਟਰ ਵਗਾਲ ਮੇਰੇ ਕੋਲ ਲੈਟਰ ਹੈਗੀ ਆ ਯਾਰ 10 ਲੱਖ ਤੱਕ ਕੋਈ ਗਰੰਟੀ ਨਹੀਂ ਕਿਸੇ ਦੀ। ਉਸ ਤੋਂ ਬਾਅਦ ਤੁਸੀਂ ਆਪਣੀ ਕੋਈ ਫਰਮ ਬਣਾਓਗੇ ਜੋ ਫਰਮ ਦੇ ਆਧਾਰ ਤੇ ਲੋਨ ਮਿਲਣਾ ਹੈ। ਇਹ ਤੁਹਾਡੇ ਕਾਰੋਬਾਰ ਤੇ ਸੰਬੰਧਿਤ ਹੋਏਗਾ, ਤੁਸੀਂ ਕਾਰੋਬਾਰ ਕਿੰਨਾ ਕੁ ਕਰ ਰਹੇ ਹੋ, ਕੋਲੋਂ ਕੀ ਲਾ ਰਹੇ ਹੋ ਤੇ ਕੀ ਤੁਸੀਂ ਸ਼ੁਭ ਬਣਾ ਰਹੇ ਹੋ। ਗਮਟਾਲਾ ਸਾਹਿਬ ਆਪਾਂ ਗੱਲ ਕਰਾਂਗੇ ਇੱਕ ਆਪਣੇ ਵਾਲਮੀਕੀ ਆਸ਼ਰਮ ਦੇ ਆਪਾਂ ਮੁੱਦੇ ਤੇ ਆਵਾਂਗੇ ਕਿ ਵਾਲਮੀਕੀ ਆਸ਼ਰਮ ਦੇ ਵਿੱਚ ਜੋ ਇੱਕ ਅੰਮ੍ਰਿਤਸਰ ਦੇ ਵਿੱਚ ਰੌਲਾ ਪਿਆ ਵਾ ਕਿ ਜੋ ਸ਼੍ਰੈਣ ਬੋਰਡ ਸੀਗਾ ਉਸ ਨੂੰ ਜੋ ਤੋੜ ਮਰੋੜ ਕੇ ਮਤਲਬ ਖੁਦ ਹੀ ਕਾਂਗਰਸ ਹੀ ਆਪ ਹੀ ਉੱਥੇ ਜਿਹੜਾ ਵਾ ਆਪਣੇ ਅਹੁਦੇਦਾਰ ਬਿਠਾ ਗਈ ਏ ਤੇ ਨਾ ਤਾਂ ਵਾਲਮੀਕੀ ਸਮਾਜ ਨੂੰ ਉਸ ਦੇ ਬਾਰੇ ਕੁਝ ਪੁੱਛਿਆ ਗਿਆ ਵਾ। ਤੁਸੀਂ ਸੈਂਟਰ ਦੇ ਵਿੱਚ ਬੈਠੇ ਜੋ ਭਾਰਤ ਸਰਕਾਰ ਤੋਂ ਮੈਂਬਰ ਲੱਗੇ ਜੋ ਸ਼ਡਿਊਲ ਕਾਸਟ ਦੇ, ਕਿ ਤੁਸੀਂ ਇਸ ਦਾ ਮੁੱਦਾ ਕੀ ਚੱਕਿਆ ਵਾ, ਕੋਈ ਕੀ ਕਰ ਰਹੇ ਜੋ ਕੀ ਰਣਨੀਤੀ ਬਣਾਈ ਪਈ ਹੈ? ਮੇਰੇ ਕੋਲ ਅੱਜ ਇਹ ਖਬਰ ਆਈ ਹੈ, ਲੇਕਿਨ ਇਹ ਸਰਾਸਰ ਸਾਡੇ ਸਮਾਜ ਦਾ ਧੱਕਾ ਆ। ਕਾਂਗਰਸ ਦੀ ਹਮੇਸ਼ਾ ਇਹ ਨੀਤੀ ਰਹੀ ਆ ਕਬਜ਼ੇ ਕਰਨੀ। ਜੀ ਤੁਸੀਂ ਦੇਖਿਆ ਹੋਣਾ ਵੀ ਅਸਲ ਸਰਕਾਰ ਬਣੀ ਉਦੋਂ ਵੀ ਇਹ ਆਪਣੀ ਇੰਟਰਵਿਊ ਤੇ ਦਿੱਤੀ ਸੀ ਮੈਂ, ਸਾਡਾ ਇੱਕ ਵੀ ਮਜ਼ਹਬੀ ਵਾਲਮੀਕੀ ਕੋਈ ਮੰਤਰੀ ਨਹੀਂ ਸੀ ਲਿਆ ਗਿਆ। ਜੇ ਸਾਡਾ ਇੱਕ ਇਹ ਮੱਕਾ ਆ, ਸਾਡਾ ਤਖਤ ਹੈਗਾ ਆ, ਜਾਂ ਸਾਡਾ ਇਹ ਗੁਰੂ ਘਰ ਹੈ ਸਭ ਤੋਂ ਵੱਡਾ ਜਿੱਥੇ ਹੀ ਸਾਡੇ ਸੰਸਕਾਰ ਜੋ ਪੂਜਨਯੋਗ ਆ, ਉੱਥੇ ਵੀ ਅੱਜ ਕਬਜ਼ਾ ਕਰ ਲਿਆ। ਇਹ ਕਾਂਗਰਸੀ ਇਹ ਹਮੇਸ਼ਾ ਨੀਤੀ ਰਹੀ ਆ ਕਿ ਜਿੱਥੇ ਵੇਖਿਆ ਵੀ ਇੱਥੇ 4 ਬੰਦੇ ਇਕੱਠੇ ਹੁੰਦੇ ਆ, 4 ਲੋਕ ਦੀ ਆਸਥਾ ਤੇ ਜੁੜਦੀ ਆ, ਇਹ ਸਾਡੀ ਆਸਥਾ ਨਾਲ ਧੱਕਾ ਕੀਤਾ ਆ, ਅਸੀਂ ਇਹਦਾ ਵਿਰੋਧ ਕਰਾਂਗੇ, ਡਟ ਕੇ ਕਰਾਂਗੇ ਔਰ ਇਹਦਾ ਮੂੰਹ ਤੋੜਾ ਜਵਾਬ ਵੀ ਦੇਵਾਂਗੇ। ਗਮਟਾਲਾ ਸਾਹਿਬ ਅਕਸਰ ਦੇਖਣ ਨੂੰ ਇਹ ਵੀ ਮਿਲਿਆ ਵਾ ਕਿ ਜੋ ਵਾਲਮੀਕੀ ਸਮਾਜ ਆ ਉਹ ਵੱਖ-ਵੱਖ ਆਪਣੇ ਜੋ ਅਦਾਰੇ ਬਣਾ ਕੇ ਬੈਠਾ, ਵੱਖ-ਵੱਖ ਆਪਣੇ ਸੰਗਠਨ ਬਣਾ ਕੇ ਬੈਠਾ ਵਾ ਕਿ ਇਹ ਇੰਨੀ ਲੜਾਈ ਲੜਨ ਦੇ ਬਾਵਜੂਦ ਵੀ ਤੁਸੀਂ ਮੱਕਾ ਕਹਿ ਰਹੇ ਹੋ ਕਿ ਸਾਡਾ ਮੱਕਾ ਵਾ, ਉਹ ਸਾਡਾ ਉਹ ਅਕਾਲ ਤਖਤ ਆ, ਸਾਡਾ ਉਹ ਮੰਦਿਰ ਆ, ਤੇ ਉਹ ਉਸ ਮੰਦਿਰ ਤੇ ਇੱਕ ਪਲੇਟਫਾਰਮ ਤੇ ਕਿਉਂ ਵਾਲਮੀਕੀ ਸਮਾਜ ਇਕੱਠਾ ਨਹੀਂ ਹੋ ਰਿਹਾ? ਕਿਉਂ ਤੁਹਾਡੇ ਆਪਸ ਵਿੱਚ ਪਾੜ ਪਏ ਪਏ? ਇਹ ਸਰਕਾਰਾਂ ਦੀ ਨੀਤੀਆਂ ਕਿ 350 ਕਰੋੜ ਰੁਪਏ ਲਾ ਕੇ ਅਕਾਲੀ ਦਲ ਬੀਜੇਪੀ ਨੇ ਇਹ ਮੰਦਿਰ ਤਿਆਰ ਕੀਤਾ ਜੀ। ਇਹ ਵਿੱਚੋਂ ਅਕਾਲੀ ਦਲ ਵਾਲਿਆਂ ਨੇ ਸੋਚਿਆ ਵੀ ਅਸੀਂ ਇਹਨਾਂ ਨੂੰ ਇਹ ਸੌਂਪ ਦੇਵਾਂਗੇ ਬਣਾ ਕੇ ਜੀ। ਕਾਂਗਰਸ ਵਾਲਿਆਂ ਨੇ ਵਿੱਚ ਮੁੱਦਾ ਆ ਕੇ ਖੜਾ ਕਰਤਾ ਇਹ ਸਾਡੇ ਬੰਦੇ ਬਣੇ ਚਾਹੀਦੇ, ਉਹਨਾਂ ਦਾ ਸਾਡੇ ਬੰਦੇ ਬਣੇ ਚਾਹੀਦੇ, ਸਾਡੇ ਦਾ ਮੈਂਬਰ ਹੋਣੇ ਚਾਹੀਦੇ, ਸਾਡੇ ਜਾਂਦੇ ਵਿੱਚ ਆ। ਉਹਨਾਂ ਨੇ ਹਾਰ ਕੇ ਇਹ ਜਿਹੜਾ ਫੈਸਲਾ ਲਿਆ ਕਿ ਇਹਨੂੰ ਸ਼੍ਰੈਣ ਬੋਰਡ ਨੂੰ ਬਣਾ ਜਾਵੇ। ਪਰ ਅੱਜ ਇਹ ਜਿਹੜਾ ਆਹ ਕੰਮ ਇਹਨਾਂ ਕੀਤਾ ਆ ਇਹ ਤਾਂ ਸਰਾਸਰ ਧੱਕਾ ਕਰਤਾ ਹੈ। ਉਹਨਾਂ ਚੇਅਰਮੈਨ ਇੱਕ ਜਨਰਲ ਨੂੰ ਲਾਤਾ ਜੋ ਕਿ ਮੁੱਦਾ ਮੰਦਰ ਸਾਡਾ ਐਸੀ ਦਾ ਆ, ਵਾਲਮੀਕ ਭਗਵਾਨ ਦੀ ਦਾ ਮਲਟੀ ਇਹ ਮੰਦਰ ਹੈਗਾ ਆ, ਉੱਥੇ ਸਾਡੀ ਆਸਥਾ ਜੁੜੀ ਆ, ਸਾਡੇ ਲੋਕ ਉੱਥੇ ਮੱਥਾ ਟੇਕਣ ਆਉਂਦੇ ਆ। ਇਹ ਤਾਂ ਸਾਡੇ ਮੱਥਾ ਟੇਕਣ ਆਇਆ ਸੀ ਤਾਂ ਚੇਤਾ ਹੋਣਾ ਆ, ਜੁੱਤੀਆਂ ਛਪਾ ਕੇ ਅੰਦਰ ਗਿਆ ਸੀ। ਇਹ ਕਿੱਦਾਂ ਕਿਹੜੇ ਮੂਲਾ ਜੋ ਸਿੱਧਾ ਮਲਟੀ ਚੇਅਰਮੈਨ ਬਣਨ ਦੀ ਕੋਸ਼ਿਸ਼ ਕਰ ਰਿਹਾ, ਕਿੱਦਾਂ ਬਣ ਰਿਹਾ ਜੀ? ਜਿਹੜਾ ਬੰਦਾ ਉਸ ਚੀਜ਼ ਦਾ ਸਤਿਕਾਰ ਹੀ ਨਹੀਂ ਕਰਦਾ, ਉਹਨੂੰ ਆਪਣੀ ਆਸਥਾ ਨਹੀਂ ਮੰਨਦਾ, ਉੱਥੇ ਉਹਨੂੰ ਮੱਥਾ ਨਹੀਂ ਟੇਕਦਾ, ਤਾਂ ਉਹ ਉਹਦਾ ਚੇਅਰਮੈਨ ਕਿੱਦਾਂ ਬਣ ਸਕਦਾ? ਬੀਜੇਪੀ ਤੁਸੀਂ ਕਹਿ ਰਹੇ ਹੋ ਕਿ ਇਹ ਕਰੋੜਾਂ ਰੁਪਏ ਲਾ ਕੇ ਅਕਾਲੀ ਦਲ ਬੀਜੇਪੀ ਨੇ ਜੋ ਇਹ ਮੰਦਿਰ ਦੀ ਉਸਾਰੀ ਕੀਤੀ ਸੀਗੀ। ਇਸ ਤੋਂ ਪਹਿਲਾਂ ਸ਼੍ਰੈਣ ਬੋਰਡ ਦੇ ਮੈਂਬਰ ਮੇਰੇ ਖਿਆਲ ਦੇ ਨਾਲ ਰਣੀਕੇ ਸਾਹਿਬ ਵੀ ਜਿਹੜੇ ਇਹਦੇ ਵਿੱਚ ਚੇਅਰਮੈਨ ਸੀਗੇ, ਤੇ ਐਸੀ ਕੀ ਗੱਲ ਬਣੀ ਆ ਕਿ ਜਿਹੜਾ ਇਹਨਾਂ ਨੂੰ ਸ਼੍ਰੈਣ ਬੋਰਡ ਦਾ ਜਿਹੜਾ ਪਹਿਲਾ ਵਕਤ ਸੀਗਾ ਉਹਨੂੰ ਤੋੜਨਾ ਪਿਆ ਤੇ ਬਿਨਾਂ ਪੁੱਛੇ ਤੋਂ ਹੀ ਵਾਲਮੀਕੀ ਭਾਈਚਾਰੇ ਨੂੰ ਬਿਨਾਂ ਪੁੱਛੇ ਤੋਂ ਜਿਹੜਾ ਵਾ ਸ਼੍ਰੈਣ ਬੋਰਡ ਬਣਾਇਆ ਗਿਆ ਵਾ, ਤੇ ਅੱਜ ਵਾਲਮੀਕੀ ਭਾਈਚਾਰਾ ਜਿਹੜਾ ਵਾ ਫਿਰ ਵੀ 2 ਪਾੜ ਹੋਇਆ ਪਿਆ ਵਾ। ਮੈਂ ਤੁਹਾਡੇ ਨਾਲ ਸਵਾਲ ਕੀਤਾ ਸੀ ਕਿ ਤੁਸੀਂ ਇਕੱਠੇ ਕਿਉਂ ਨਹੀਂ ਬੈਠਦੇ, ਐਸੀ ਵਜ੍ਹਾ ਕੀ ਹੈ ਤੁਹਾਡੇ ਵਿੱਚ? ਦੇਖੋ ਇਹ ਤੁਹਾਨੂੰ ਦੱਸਿਆ ਵੀ ਜਿਹੜੀ ਸਰਕਾਰਾਂ ਨਾ ਇਹ ਪਾੜ ਕੇ ਕਾਂਗਰਸ ਸ਼ੁਰੂ ਨੀਤੀ ਦੀ ਆ ਵੀ ਪਾੜ ਲੜਾਈ ਕਰੋ। ਜਦੋਂ ਅਸੀਂ ਪਹਿਲੋਂ ਹੀ ਮਤਲਬ ਤਿਆਰ ਹੋਇਆ ਸੀ ਨਾ ਉਸ ਟਾਈਮ ਵੀ ਇਹਨਾਂ ਨੇ ਕਾਂਗਰਸ ਨੇ ਪਾੜ ਪਾ ਕੇ ਇਹ ਸ਼੍ਰੈਣ ਬੋਰਡ ਬਣਵਾਇਆ ਸੀ, ਤੇ ਸਾਡੇ ਸ਼੍ਰੈਣ ਬੋਰਡ ਨਹੀਂ ਪਤਾ ਬਾਦਲ ਸਾਹਿਬ ਕੱਲ੍ਹ ਬੀਜੇਪੀ ਸਰਕਾਰ ਜਿਹੜੀ ਆ ਉਹ ਇਹਨਾਂ ਨੂੰ ਸੌਂਪ ਰਹੀ ਸੀ ਮੰਦਰ, ਪਰ ਇਹਨਾਂ ਨੇ ਸੋਚਿਆ ਵੀ ਨਹੀਂ ਇਹ ਤਾਂ ਅਸੀਂ ਆਪਣਾ ਇਹਨਾਂ ਸਾਰੇ ਬੰਦੇ ਲੱਗ ਜਾਣੇ ਕਾਂਗਰਸ ਬੀਜੇਪੀ ਤੇ ਸਾਡਾ ਤਾਂ ਨਾਂ ਨਹੀਂ ਜਾਣਾ, ਇਹਨਾਂ ਸਿਰਫ ਆਪਣਾ ਨਾਂ ਰੱਖਣ ਵਾਸਤੇ ਆਪਣੇ ਬੰਦੇ ਵਿੱਚ ਵਾੜਨ ਵਾਸਤੇ ਸ਼੍ਰੈਣ ਬੋਰਡ ਬਣਾਇਆ। ਗੱਲ ਕਰਾਂਗੇ ਦਿਹਾਤ ਏਰੀਏ ਤੇ ਆਵਾਂਗੇ
ਜੋ ਦਿਹਾਤੀ ਏਰੀਆ ਵਾ ਉਹ ਕਾਫੀ ਲਾਕਡਾਊਨ ਦੇ ਵਿੱਚ ਜਿਹੜਾ ਵਾ ਉਸ ਦਾ ਲੱਕ ਟੁੱਟਾ ਪਿਆ ਵਾ, ਤੇ ਨਾ ਤਾਂ ਕੋਈ ਸਮੇਂ ਦੀ ਇਸ ਟਾਈਮ ਸਰਕਾਰਾਂ ਨੇ ਵੀ ਕੋਈ ਪਹਿਲ ਕਦਮੀ ਨਹੀਂ ਕੀਤੀ ਕਿ ਉਹਨਾਂ ਦਾ ਜੋ ਰੋਜ਼ਗਾਰ ਹੈ, ਅੱਜ ਵੀ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀ ਰੋਟੀ ਪੱਕਣੀ ਮੁਸ਼ਕਲ ਹੋਈ ਪਈ ਆ। ਤੇ ਜਿਹੜੀਆਂ ਜਿੱਦਾਂ ਵਿਰੋਧੀ ਪਾਰਟੀਆਂ ਹੋ ਗਈਆਂ, ਉਹ ਜਿੰਨਾ ਸਾਰਾ ਜੋ ਵੀ ਮਤਲਬ ਚਿੱਕੜ ਹੈਗਾ ਵਾ ਉਹ ਬੀਜੇਪੀ ਦੇ ਸੁੱਟ ਰਹੇ ਕਿ ਸਾਰਾ ਕੁਝ ਇਹ ਜੋ ਮੋਦੀ ਨੇ ਕਰ ਦਿੱਤਾ ਵਾ। ਤੁਸੀਂ ਐਡੇ ਵੱਡੇ ਅਹੁਦੇ ਤੇ ਬੈਠੇ ਜੋ, ਕਦੇ ਤੁਸੀਂ ਕਿਉਂ ਨਹੀਂ ਝਾਤੀ ਮਾਰੀ ਜਾ ਕੇ? ਤੁਸੀਂ ਇਹ ਕਿੱਦਾਂ ਕਹਿ ਸਕਦੇ ਜੋ ਸਰਕਾਰ ਇੱਥੇ ਕਾਂਗਰਸ ਦੀ ਆ, ਬੀਜੇਪੀ ਦਾ ਮਲਟੀ ਨਾਲ ਦਾ ਨਹੀਂ, ਸੈਂਟਰ ਦੇ ਵਿੱਚ ਤਾਂ ਬੀਜੇਪੀ ਬੈਠੀ ਆ। ਸੈਂਟਰ ਪੰਜਾਬ ਨੂੰ ਦੇ ਰਹੀ ਆ, ਪੰਜਾਬ ਗਾੜੀ ਖਾਜੇ ਕੀ ਕਰੇ ਹੁਣ? ਤਾਂ ਤੁਸੀਂ ਇਹ ਰੋਜ਼ ਅਖਬਾਰਾਂ ਪੜ੍ਹਦੇ, ਤੁਸੀਂ ਤੁਹਾਡੀ ਵੀ ਖਬਰਾਂ ਲੱਗਦੀਆਂ ਰਹੀਆਂ, ਰਾਸ਼ਨ ਇਹ ਖਾਂਦੇ ਸਾਰਾ। ਜੇਕਰ ਪੰਜਾਬ ਜੇਕਰ ਘਮਟਾਲਾ ਸਾਹਿਬ ਪੰਜਾਬ ਸਰਕਾਰ ਖਾਂਦੀ ਏ ਤੇ ਕੀ ਗੱਲ ਆ, ਕਿੰਨੇ ਲੀਡਰ ਜਿਹੜੇ ਬੀਜੇਪੀ ਦੇ ਨੇ, ਤੁਸੀਂ ਵੀ ਸ਼ਡਿਊਲ ਕਾਰਡ ਦੇ ਅਹੁਦੇਦਾਰ ਜੋ, ਤੁਸੀਂ ਕਿਉਂ ਨਹੀਂ ਵਿਰੋਧ ਕੀਤਾ? ਹਾਂ, ਵਿਰੋਧ ਨਹੀਂ ਕੀਤਾ। ਸਾਡਾ ਕੋਈ ਐਸਾ ਕਸਬਾ, ਕੋਈ ਐਸਾ ਸ਼ਹਿਰ, ਕੋਈ ਐਸਾ ਮੰਡਲ ਨਹੀਂ ਰਿਹਾ ਹੋਗਾ ਜਿੱਥੇ ਤਾਂ ਇਹਨਾਂ ਦੇ ਪੁਤਲੇ ਖੜੇ ਕੇ ਬੋਲਤਾ ਔਰ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਅਸੀਂ ਹਰ ਥਾਂ। ਬੀਜੇਪੀ ਜੋ ਅੱਜ ਕੱਲ ਕਹਿ ਰਹੇ ਆ ਕਿ ਜੋ ਬੀਜੇਪੀ ਦੀ ਜੋ ਸਰਕਾਰ ਵਾ ਉਹ ਅਕਾਲੀ ਦਲ ਦੇ ਗੱਠਜੋੜ ਤੋਂ ਬਗੈਰ ਜਿਹੜੀ ਆ ਉਹ ਨਹੀਂ ਆਣੀ ਵੀ, ਤੇ ਜੋ ਅਦਰ ਪਾਰਟੀਆਂ ਵਾ ਉਹ ਆਪੋ ਆਪਣੀ ਜੋ ਸਰਕਾਰ ਆ ਉਹ ਬਣਾ ਕੇ ਬੈਠੀ ਆ। ਅਗਰ ਤੁਹਾਨੂੰ ਅਕਾਲੀ ਦਲ ਦਾ ਸਹਾਰਾ ਨਹੀਂ ਮਿਲਦਾ ਵੀ, ਤੁਸੀਂ ਨਹੀਂ ਅਕਾਲੀ ਦਲ ਦਾ ਸਹਾਰਾ ਲੈਂਦੇ ਵੀ, ਫਿਰ ਤੁਸੀਂ ਸੱਤਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਓਗੇ? ਕਿਸ ਮੁੱਦੇ ਤੇ ਤੁਸੀਂ ਲੜਨਾ? ਅਦਰ ਪਾਰਟੀਆਂ ਹੈ ਕਿ ਨਹੀਂ? ਦੱਸੋ ਕਿਹੜੀਆਂ? ਆਮ ਆਦਮੀ ਉਹਦੇ ਨਾਲ ਤੀਲਾ ਹੋ ਗਈ ਪਹਿਲਾਂ। ਕਾਂਗਰਸ ਦਾ ਤੁਸੀਂ ਵੇਖ ਦੇ ਲਿਓ ਵੀ ਹਰ ਰੋਜ਼ ਹਰ ਦਿਨ ਨਵੇਂ ਤੋਂ ਨਵੇਂ ਦਾ ਮੁੱਦੇ, ਨਵੇਂ ਤੋਂ ਨਵੇਂ ਘਟਾਲੇ, ਰੋਜ਼ ਤਾਂ ਮੈਨੂੰ ਪੁਤਲੇ ਫੂਕੇ ਜਾਂਦੇ ਆ। ਫਿਰ ਲੋਕਾਂ ਦੇ ਹੱਕ ਕਹਿੰਦੇ ਆ ਜਿੰਨੇ ਵਾਅਦੇ ਕਿਤੇ ਇੱਕ ਵਾਅਦਾ ਪੂਰਾ ਕਿ ਤੁਹਾਡੇ ਕਿਸੇ ਬੱਚੇ ਨੂੰ ਨੌਕਰੀ ਮਿਲੀ, ਤੁਹਾਡੇ ਕਿਸੇ ਭਰਾ ਨੂੰ ਨੌਕਰੀ ਮਿਲੀ, ਤੁਹਾਡੇ ਘਰ ਕੋਈ ਸਮਾਰਟਫੋਨ ਆਇਆ। ਉਹ ਤਾਂ ਸਾਰਾ ਕਹਿ ਰਹੇ ਨੇ ਕਿ ਸਾਰਾ ਕੁਝ ਬੀਜੇਪੀ ਨੇ ਖਤਮ ਕਰ ਦਿੱਤਾ, ਇੰਡਸਟਰੀ ਏਰੀਆ ਬੀਜੇਪੀ ਨੇ ਖਤਮ ਕਰ ਦਿੱਤਾ। ਜਿੰਨਾ ਵੀ ਮੋਦੀ ਨੇ ਲੋਕਾਂ ਦੇ ਨਾਲ ਲਾਰੇ ਲਾਏ ਸੀ, ਉਹ ਸਾਰੇ ਜਿਹੜੇ ਲਾਰੇ ਆ ਉਹ ਹਵਾ ਹੀ ਹੋ ਗਏ ਨੇ। ਮੈਂ ਤੁਹਾਨੂੰ ਅੱਗੇ ਦੱਸ ਚੁੱਕਾ ਆ, ਤੁਸੀਂ SC ਹੱਬ ਪੜ੍ਹ ਕੇ ਵੇਖੋ, ਗੂਗਲ 'ਤੇ ਖੋਲ੍ਹ ਕੇ ਦੇਖੋ। ਤੁਸੀਂ SC ਹੱਬ ਦੀ ਗੱਲ ਤਾਂ ਘਮਟਾਲਾ ਸਾਹਿਬ ਕਰ ਰਹੇ ਜੋ, ਪਰ ਲੋਕਾਂ ਦੇ ਸਾਹਮਣੇ SC ਹੱਬ ਨੂੰ ਲੈ ਕੇ ਕਿਉਂ ਨਹੀਂ ਆਉਂਦੀ? ਵਜ੍ਹਾ ਕੀ ਹੈ? ਕਿਉਂ ਨਹੀਂ ਜਾ ਰਹੇ? ਇੱਥੇ ਤਾਂ ਹਜੇ ਪੂਰਾ ਜਿਹਾ ਪ੍ਰਚਾਰ ਕਰ ਵੀ ਵੱਧ ਤੋਂ ਵੱਧ ਦਾ ਤੁਸੀਂ ਜਿੰਨੇ ਪੜ੍ਹੇ ਲਿਖੇ ਬੇਰੁਜ਼ਗਾਰ SC ਨੌਜਵਾਨ ਹੈ ਉਹ ਇਹ ਕਾਰੋਬਾਰ ਨਾਲ ਜੁੜਨ ਤੇ ਆਪਣੇ ਕਾਰੋਬਾਰ ਕਰਨ। ਕਿਸ ਮੁੱਦੇ ਨੂੰ ਲੈ ਕੇ 22 ਦੇ ਵਿੱਚ ਇਲੈਕਸ਼ਨ ਲੜਨਾ ਹੈ? ਜੋ ਸੈਂਟਰ ਸਰਕਾਰ ਨੂੰ ਦੇਵੇਗਾ ਮੁੱਦਾ ਉਹਦੇ ਨਾਲ ਮਤਲਬ ਪੰਜਾਬ ਦੀ ਬੀਜੇਪੀ ਦੀ ਆਪਣੀ ਕੋਈ ਰਣਨੀਤੀ ਨਹੀਂ ਹੈਗੀ ਜੋ ਤੁਹਾਨੂੰ? ਇਹ ਸਾਡੀ ਨੈਸ਼ਨਲ ਪਾਰਟੀ ਆ, ਸਾਡੀ ਅਨੁਸ਼ਾਸਨ ਦੀ ਪਾਰਟੀ ਆ, ਅਸੀਂ ਅਨੁਸ਼ਾਸਨ ਤੋਂ ਬਾਅਦ ਕੁਝ ਨਹੀਂ ਕਰ ਸਕਦੇ। ਜੋ ਸਾਡੀ ਹਾਈ ਕਮਾਂਡ ਫੈਸਲਾ ਲਵੇਗੀ, ਜੇ ਉਹ ਕਹਿੰਦੀ ਇਕੱਲੇ ਲੜੀ ਅਸੀਂ ਬੂਥ ਤੱਕ ਤਿਆਰੀ ਆ, ਜੇ ਉਹ ਕਹੇ ਕਿ ਲੜ ਕੇ ਉਹਨਾਂ ਅਸੀਂ ਫਿਰ ਵੀ ready ਆ, ਜੇ ਜੋ ਸਾਨੂੰ ਮੈਨੀਫੈਸਟੋ ਦੇਣਗੇ ਇਹਦੇ ਉੱਤੇ ਅਸੀਂ ਸਾਰਾ ਦੇਵਾਂਗੇ। ਬੀਜੇਪੀ ਦੀ ਸਰਕਾਰ ਤੁਸੀਂ 22 ਦੇ ਵਿੱਚ ਪੰਜਾਬ ਦੇ ਅੰਦਰ ਤਾਂ ਬਣਾਉਣ ਜਾ ਰਹੇ ਜੋ, ਪਰ ਜੇਕਰ ਗੱਲ ਕਰੀਏ ਯੂਪੀ ਦੇ ਅੰਦਰ ਬੀਜੇਪੀ ਦੀ ਸਰਕਾਰ ਵਾ, ਜੋਗੀ ਸਾਹਿਬ ਉੱਥੇ ਬੈਠੇ ਨੇ, ਪਰ ਕਾਫੀ ਪੜਨ ਨੂੰ ਦੇਖਣ ਨੂੰ ਮਿਲਦਾ ਸਭ ਤੋਂ ਜ਼ਿਆਦਾ ਜਿਹੜੇ ਜੁਰਮ ਉਹ ਤੇ ਬੀਜੇਪੀ ਉੱਥੇ ਕਰ ਰਹੀ ਹੈ ਯੂਪੀ ਦੇ। ਨਾ ਜੀ, ਤੁਸੀਂ ਅੱਜ ਤੋਂ 10-5 ਸਾਲ ਪਿੱਛੇ ਝਾਤੀ ਮਾਰ ਕੇ ਕੀ ਸੀ ਯੂਪੀ ਦੇ ਵਿੱਚ? ਅੱਜ ਤੇ ਯੂਪੀ 'ਚ ਤਾਂ ਕਿਉਂ ਨਹੀਂ ਕੋਈ ਕਰਦਾ? ਜਿੰਨਾ ਗੁੰਡਾ ਰਾਜ ਯੂਪੀ 'ਚ ਪਹਿਲੋਂ ਸੀ ਨਾ, ਉਹਦਾ ਤਾਂ ਹੁਣ 5 ਪੈਸੇ ਨਹੀਂ ਰਹਿ ਗਿਆ। ਜਿੰਨਾ ਸੁਧਾਰ ਜੋਗੀ ਸਾਹਿਬ ਨੇ ਆ ਕੇ ਕੀਤਾ ਆ, ਠੀਕ ਹੈ, ਕੋਈ ਵੀ ਚੀਜ਼ ਨੂੰ ਸੁਧਾਰਨ ਵਾਸਤੇ ਟਾਈਮ ਲੱਗਦਾ ਹੈ, ਲੱਗ ਰਿਹਾ ਹੈ, ਹੌਲੀ ਹੌਲੀ ਬਿਲਕੁਲ ਆਇਆ ਕਰ ਦੇਗਾ ਸ਼ੀਸ਼ੇ ਜਦੋਂ ਚੱਲ ਗਿਆ ਤਾਂ ਪੂਰਾ ਯੂਪੀ। ਵਿਰੋਧੀ ਪਾਰਟੀਆਂ ਪੰਜਾਬ ਦੇ ਅੰਦਰ ਵੀ ਬੀਜੇਪੀ ਦੇ ਇਲਜ਼ਾਮ ਲਾ ਰਹੀਆਂ ਨਾ ਕਿ ਮੋਦੀ ਸਾਹਿਬ ਨੇ ਸਾਰਾ ਕੁਝ ਜਿਹੜਾ ਪ੍ਰਾਈਵੇਟ ਕਰਤਾ ਵਾ, ਲੋਕਾਂ ਦਾ ਰੋਜ਼ਗਾਰ ਖੋਹ ਲਿਆ ਵਾ। ਵਿਰੋਧੀ ਪਾਰਟੀ ਮੈਂ ਤਾਂ ਸਮਝਦਾ ਨਹੀਂ, ਵਿਰੋਧੀ ਕਿਹੜੀ ਵਿਰੋਧੀ ਪਾਰਟੀ ਸਮਝਣੀ? ਕੀ ਗੱਲ ਇਹ ਤੁਹਾਡੇ ਵਿਰੋਧੀ ਨਹੀਂ ਹੈਗੇ ਜਿਨ੍ਹਾਂ ਦੇ ਖਿਲਾਫ ਤੁਸੀਂ ਇਲੈਕਸ਼ਨ ਲੜ ਰਹੇ ਹੋ? ਅਕਾਲੀ ਦਲ ਵੀ ਤੁਹਾਡੀ ਉਹਨਾਂ ਦਾ ਆਪਣਾ ਕੋਈ ਮੁੱਦਾ ਹੋਵੇ, ਕੋਈ ਆਪਣਾ ਕੋਈ ਸਟੈਂਡ ਉੱਤੇ ਗੱਲ ਕਰਨ। ਤੁਸੀਂ ਕਿਸ ਮੁੱਦੇ ਨੂੰ ਲੈ ਕੇ ਇਲੈਕਸ਼ਨ ਲੜ ਰਹੇ ਹੋ? ਅਸੀਂ ਲੋਕਾਂ ਨੂੰ ਬਰਾਬਰਤਾ ਦੇ ਲਿਆਉਂਦੇ ਸੋਚਦੇ ਆ, ਕਿਸ ਤਰੀਕੇ ਦੀ ਇੱਕ ਬਰਾਬਰਤਾ ਦੇਵੇ, ਕੋਈ ਵੀ ਨਾ ਇਹ ਉੱਚ ਨੀਚ ਨਹੀਂ ਰਹੇਗਾ ਅਗਰ ਜੋ ਬੀਜੇਪੀ ਦਾ ਕੰਟਰੋਲ ਕਰ ਰਿਹਾ। ਬੀਜੇਪੀ ਕਿਸ ਮੁੱਦੇ ਕੀ ਮੇਨ ਤੁਹਾਡੇ ਕੋਲ ਕੀ ਮੁੱਦਾ ਹੈਗਾ ਵਾ ਕਿ ਤੁਸੀਂ ਜੋ ਲੋਕਾਂ ਨੂੰ ਜੋ ਤੁਸੀਂ ਦਿਖਾਓਗੇ ਕਿ ਸਾਨੂੰ ਵੋਟਾਂ ਪਾਓ, ਬੀਜੇਪੀ ਦੀ ਸਰਕਾਰ ਪੰਜਾਬ ਦੇ ਅੰਦਰ ਲੈ ਕੇ ਆਓ, ਤੁਹਾਨੂੰ ਅਸੀਂ ਆਹ ਦੇਵਾਂਗੇ ਉਹ ਦੇਵਾਂਗੇ। ਆਲਰੇਡੀ ਤਾਂ ਤੁਹਾਡੇ ਤੇ ਰੋਜ਼ ਦੀ ਰੋਜ਼ ਜਿੱਦਾਂ ਆਮ ਆਦਮੀ ਪਾਰਟੀ ਹੋ ਗਈ, ਕਾਂਗਰਸ ਹੋ ਗਈ, ਜੋ ਤੁਹਾਡੇ ਤੇ ਵਾਰ ਕਰ ਰਹੀ ਹੈ, ਟ੍ਰੇਨਾਂ ਨੂੰ ਜਿਹੜਾ ਵਾ ਉਹ ਪ੍ਰਾਈਵੇਟ ਕਰ ਦਿੱਤਾ ਗਿਆ ਵਾ, ਹੋਰ ਅਦਾਰਿਆਂ ਨੂੰ ਜਿਹੜਾ ਉਹ ਪ੍ਰਾਈਵੇਟ ਕਰ ਦਿੱਤਾ ਗਿਆ ਵਾ। ਤੁਸੀਂ ਕਹਿ ਰਹੇ ਜੋ ਕਿ SC ਹੱਬ ਬਣਾਈ ਪਈ ਹੈ, SC ਹੱਬ ਨੂੰ ਵੀ ਤੁਸੀਂ ਸਾਹਮਣੇ ਨਹੀਂ ਲੈ ਕੇ ਆ ਰਹੇ ਵੀ, ਫਿਰ ਕਿੱਥੇ ਪ੍ਰਚਾਰ ਕਰ ਰਹੀ ਹੈ ਬੀਜੇਪੀ? ਤੁਸੀਂ ਇਹ ਕਹਿ ਰਹੇ ਸਾਡੇ ਉਹ ਇਲਜ਼ਾਮ ਲਾ ਰਹੇ ਆ ਅਕਾਲੀ ਦਲ ਆਪਣੇ ਕਾਂਗਰਸ ਵਾਲੇ ਆਮ ਆਦਮੀ ਦੇ, ਸਾਡਾ ਆਪਣਾ ਤੇ ਸਰਕਾਰ ਇਹ ਹੈ ਨਾ, ਇਹਨਾਂ ਦੇ ਆਪਣੇ ਕਿਉਂ ਲਾ ਰਹੇ ਆ? ਕਿੰਨੇ ਕਾਂਗਰਸੀ MLA ਜਿਹੜੇ ਉਹ ਕੈਪਟਨ ਤੇ ਇਲਜ਼ਾਮ ਲਾ ਰਹੇ ਆ
ਕਿੰਨੇ ਆਮ ਆਦਮੀ ਦੇ ਪਾਰਟੀ ਦੇ ਐਮਐਲਏ ਜਿਹੜੇ ਉਹ ਤਾਂ ਮੁੱਕੇ ਚੀਮੇ ਤੇ ਤਾਂ ਫੁਲਕੇ ਨੂੰ ਲਾ ਛੱਡਿਆ, ਜਿਨ੍ਹਾਂ ਨੇ ਤੇ ਖੈਰੇ ਨੂੰ ਲਾ ਛੱਡਿਆ, ਉਹਨਾਂ ਦੇ ਘਰ ਵੀ ਨਹੀਂ ਪਾਉਂਦੇ, ਉਹ ਕਈ ਬਾਹਰ ਦਾ ਕੀ ਕਰਨਗੇ। ਇਹ ਜਿਹੜੇ ਆ ਐਟਮ ਬਿਲਕੁਲ ਜ਼ੀਰੋ ਹੋਏ ਪਏ ਆ, ਇਹਨਾਂ ਦਾ ਕੋਈ ਐਟਮ ਆਧਾਰ ਨਹੀਂ ਰਿਹਾ, ਤਾਂ ਕਰਕੇ ਉਸ ਤੇ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਆ। ਤੋ ਕਹਿੰਦੇ ਸਾਡੀ ਚੜ੍ਹਦੀ ਕਲਾ ਵੇਖ ਕੇ, ਸਾਡੀ ਦਾ ਵਾਧਾ ਆਧਾਰ ਵੇਖ ਕੇ ਹੁਣ ਤਾਂ ਉਹ ਸਾਡੇ ਖਿਲਾਫ ਸ਼ੁਰੂ ਕਰਤਾ। ਬੀਜੇਪੀ ਪੈਰਾਸ਼ੂਟ ਲੀਡਰ ਸਾਰੇ ਕੀ ਗਰਾਊਂਡ ਜ਼ੀਰੋ ਦੇ ਲੀਡਰ ਕਿੰਨੇ ਆ? ਬੀਜੇਪੀ ਦੇ ਕੋਲ ਗਰਾਊਂਡ ਜ਼ੀਰੋ ਦੇ ਲੀਡਰ ਕਿੰਨੇ ਆ ਕਿ ਸਾਰੇ ਬੀਜੇਪੀ ਪੈਰਾਸ਼ੂਟ ਲੀਡਰ ਲੈ ਕੇ ਆਵੇਗੀ 2022? ਅੱਜ 117 ਵਿਧਾਨ ਸਭਾ ਚ ਆਪਾਂ ਚਾਹਾਂਗੇ ਨਾ ਤੇ ਸਾਡੇ ਕੋਲ 110 ਦੇ 5 ਲੀਡਰ ਤਿਆਰ ਹੈਗੇ ਆ ਐਮਐਲਏ ਪੰਜਾਬ ਦੇ ਅੰਦਰ। ਐਸੀ ਭਾਈਚਾਰੇ ਦੇ ਜੋ ਲੀਡਰ ਨੇ, ਤੁਸੀਂ ਐਸੀ ਭਾਈਚਾਰੇ ਦੇ ਲੋਕਾਂ ਦੇ ਸੋਚ ਤੇ ਜੋ ਪਹਿਰਾ ਦੇ ਰਹੇ ਜੋ, ਤੇ ਐਸੀ ਆਪਾਂ ਗੱਲ ਕਰ ਲਈਏ ਹਲਕਾ ਅਟਾਰੀ ਦੀ, ਉੱਥੇ ਇਸ ਟਾਈਮ ਐਸੀ ਆ ਕਿ ਬੀਜੇਪੀ ਦਾ ਕਿਹੜਾ ਲੀਡਰ ਉੱਥੇ ਆ ਰਿਹਾ ਵਾ, ਕੁਝ ਪਤਾ ਵਾ ਕਿ ਜਾਂ ਕੋਈ ਪੈਰਾਸ਼ੂਟ ਲੀਡਰ ਹੀ ਤਾਰੋਗੇ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੇ? ਇਹ ਦੇਖੋ, ਮੈਂ ਤੁਹਾਨੂੰ ਕਹਿੰਦਾ ਕਿ ਇਹ ਹਾਈ ਕਮਾਂਡ ਦੇ ਫੈਸਲੇ ਆ, ਇਹ 'ਚ ਆਪਾਂ ਪਹਿਲਾਂ ਕੋਈ ਚੀਜ਼ ਨਹੀਂ ਹੈ ਸ਼ੋਅ ਕਰ ਸਕਦੇ ਕਿ ਕੌਣ ਆ ਰਿਹਾ ਕੌਣ ਲੜੇਗਾ, ਲੇਕਿਨ ਜਦੋਂ ਜੋ ਫੈਸਲਾ ਹੋਏਗਾ ਹਾਈ ਕਮਾਂਡ ਦਾ, ਸਾਰਾ ਕੁਝ ਤੁਹਾਨੂੰ ਔਨ ਗਰਾਊਂਡ ਦਾ ਮਿਲ ਜਾਏਗਾ। ਤੁਹਾਡੀ ਆਪਣੀ ਰਣਨੀਤੀ ਕੀ, ਤੁਸੀਂ ਕੀ ਕਰ ਰਹੇ ਜੋ ਹੁਣ? ਸਾਡਾ ਤਾਂ ਸਮਾਜ ਸੇਵਾ ਕਰ ਰਹੇ ਕਿ ਜੋ ਐਸਸੀ ਜੋ ਹੱਬ ਬਣਿਆ ਵਾ ਬੀਜੇਪੀ ਦਾ, ਉਹ ਲੋਕਾਂ ਨੂੰ ਉਸ ਦੇ ਪ੍ਰਤੀ ਤੁਸੀਂ ਕਿਸ ਤਰੀਕੇ ਦੇ ਨਾਲ ਜਾਗਰੂਕ ਕਰ ਰਹੇ ਹੋ? ਦੇਖੋ, ਮੈਂ ਤੁਹਾਨੂੰ ਇਹ ਦੱਸਿਆ ਵੀ ਸਾਡੇ ਹੁਣ ਅਸੀਂ ਤੇ ਨਾਲ ਆ ਛੋਟੇ ਜਿਹੇ ਰੇਹੜੀਆਂ ਵਾਲੇ ਫੜੀਆਂ ਵਾਲੇ ਇਹਨਾਂ ਨੂੰ ਸਕੀਮਾਂ ਨਾਲ ਕੱਢੀ 10,000 ਰੁਪਇਆ ਤੋਂ ਲੈ ਕੇ 50,000 ਰੁਪਇਆ ਤੋਂ ਲੈ ਕੇ ਆਪਾਂ ਨੂੰ ਜੇ ਤੁਹਾਡਾ ਕਾਰੋਬਾਰ ਠੱਪ ਹੋਗਾ ਲੋਕਡਾਊਨ 'ਚ ਤੁਸੀਂ ਚਾਲੂ ਕਰ ਦਿਓ ਜੀ। ਜੇ ਕੋਈ ਨਾ ਜਾਵੇ ਜਾਂ ਨਾ ਲਵੇ, ਹੁਣ ਤੁਹਾਨੂੰ ਕਿਹਦੇ ਆ ਇਹ ਜਿਹੜੇ ਇਹਨਾਂ ਦੇ ਏਜੰਟ ਹੈਗੇ ਘਰ ਦੇ, ਉਹ ਲੋਕਾਂ ਕੋਲ ਪੈਸੇ ਲੈ ਕੇ ਤੁਹਾਨੂੰ ਕੋਈ ਜਾ ਰਹੇ ਆ, ਖਾਈ ਜਾ ਰਹੇ ਆ, ਪੂਜਾ ਕਰੀ ਜਾਂਦੇ ਆ। ਜੇਕਰ ਉਹ ਪੈਸੇ ਲਈ ਜਾ ਰਹੇ, ਬੀਜੇਪੀ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕਰਵਾਉਂਦੀ? ਕਿ ਤੁਹਾਡੀ ਆਪਸੀ ਮਿਲੀ ਭੁਗਤ ਵੀ ਹੋ ਸਕਦੀ, ਕਹਿ ਸਕਦੇ ਆ। ਸਰਕਾਰ ਜਿਹੜੀ ਆ, ਸਰਕਾਰ ਤੇ ਵੀ ਆ ਕਾਂਗਰਸ ਦੀ, ਜਿਹੜੇ ਬੰਦੇ ਜਿੰਨੇ ਇਨਸਾਨ ਲਾਏ ਉਹਨਾਂ ਮੈਨੇਜਰ ਲਾਏ ਆ, ਫੀਲਡ ਅਫਸਰ ਲਾਏ ਆ, ਜਾਂ ਜਿੰਨੇ ਦਾ ਡਿਸਟ੍ਰਿਕਟ ਮੈਨੇਜਰ ਲਾਏ, ਉਹ ਸਾਰੇ ਉਹਨਾਂ ਦੇ ਬੰਦੇ ਲੱਗੇ ਆ, ਉਹਨਾਂ ਦੇ ਕਹਿੰਦੇ ਕੰਮ ਹੋਣੇ। ਹੁਣ ਬੀਜੇਪੀ ਦੇ ਕਹਿੰਦੇ ਕੰਮ ਹੋਣੀ, ਬੀਜੇਪੀ ਨੇ ਸਭ ਤਾਂ ਕਾਨੂੰਨ ਬਣਾਤਾ, ਲਾਗੂ ਕਰਤਾ, ਸਾਰੇ ਪੈਸਾ ਪਹੁੰਚਾਤਾ। ਨਹੀਂ, ਭਾਰਤ ਦਾ ਰਾਜਾ ਤਾਂ ਮੋਦੀ ਹੈ, ਬੇਸ਼ੱਕ ਪੰਜਾਬ ਦਾ ਰਾਜਾ ਕੈਪਟਨ ਹੈ, ਭਾਰਤ ਦਾ ਰਾਜਾ ਮੋਦੀ ਹੈ। ਜੇ ਤੁਸੀਂ ਸੈਂਟਰ ਦੀ ਗੱਲ ਕਿ ਸੈਂਟਰ ਦੀਆਂ ਰਣਨੀਤੀਆਂ ਤੇ ਚੱਲਣਾ ਵਾ, SC ਹੱਬ ਨੂੰ ਲੈ ਕੇ ਤੁਸੀਂ ਸੈਂਟਰ ਦੀਆਂ ਰਣਨੀਤੀਆਂ ਤੇ ਚੱਲਦੇ ਜੋ, ਫਿਰ ਤੁਸੀਂ ਕਿਉਂ ਇਸ ਗੱਲ ਦੀ ਵਿਰੋਧਤਾ ਨਹੀਂ ਜੋ ਕਰਦੇ? ਇਹ ਵਿਰੋਧਤਾ ਕਿਉਂ ਨਹੀਂ? ਅੱਜ ਤੁਸੀਂ 4 ਦਿਨ ਪਹਿਲਾਂ ਕਿੰਨੇ ਪੁੱਤਰੇ ਸਾਰੇ ਆ ਸਕੋਲਰਸ਼ਿਪ ਸਕੀਮ ਦਿੱਤੀ, ਸਾਡਾ 64 ਕਰੋੜ ਰੁਪਇਆ ਖਾ ਗਿਆ। ਇਹ ਸਾਡੇ ਤਾਂ ਜਾਗਰ ਹੋਇਆ, ਕਿੱਦਾਂ ਜਾਗਰ? ਆਮ ਆਦਮੀ ਪਾਰਟੀ ਤਾਂ ਕਹਿ ਰਹੀ ਕਿ ਬੀਜੇਪੀ, ਅਕਾਲੀ ਦਲ, ਕਾਂਗਰਸ ਤੇ ਚਾਚਾ ਭਤੀਜਾ ਬਾਜੀ ਇਹ ਹਰ ਵਾਰੀ ਆਪੋ ਆਪਣਾ ਰਾਜ ਕਰਦੇ। ਅਸੀਂ ਤਾਂ ਉਹਨਾਂ ਨੂੰ ਕਹਿੰਦੇ ਹਾਂ, ਕਿਉਂਕਿ ਨਾ ਦਿੱਲੀ ਦੇ ਵਿੱਚ ਵੇਖੋ ਤੁਸੀਂ, ਇਹਨਾਂ ਦੀ ਇੱਕ ਕਰਕੇ ਉਹਦੇ ਅਸਰ ਇਹਨਾਂ ਇਹ ਸੋਚਿਆ ਵੀ ਬੀਜੇਪੀ ਨੂੰ ਹਰਾਉਣਾ ਆ ਜੋ ਮਰਜ਼ੀ। ਕਾਂਗਰਸ ਨੇ ਆਪਣੀ ਵੋਟਾਂ ਪਾਈਆਂ, ਮੈਂ ਖੁਦ ਉੱਥੇ ਮੌਜੂਦ ਸੀ। ਲੋਕੀ ਤਾਂ ਕਹਿ ਰਹੇ ਨੇ ਕਿ ਬੀਜੇਪੀ ਨੂੰ ਜਿਹੜਾ ਵਾ ਇਸ ਟਾਈਮ ਜਨਤਾ ਨੇ ਨਕਾਰ ਦਿੱਤਾ ਵਾ ਦਿੱਲੀ ਦੇ ਵਿੱਚ, ਤੇ ਜੋ ਯੂਪੀ ਦੇ ਵਿੱਚ ਵੀ ਇਸ ਵੇਲੇ ਜਿਹੜਾ ਵਾ ਬੀਜੇਪੀ ਨੂੰ ਜੋ ਨਕਾਰਿਆ ਜਾਵੇਗਾ, ਬਿਹਾਰ ਦੇ ਵਿੱਚ ਵੀ ਨਕਾਰਿਆ ਜਾਵੇਗਾ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਕਿਸ ਤਰੀਕੇ ਦੇ ਨਾਲ? ਤੁਹਾਡੀ ਜਾਣਕਾਰੀ ਵਾਸਤੇ ਮੈਂ ਦੱਸ ਦਵਾਂ, ਬੀਜੇਪੀ 2 ਸੀਟਾਂ ਤੋਂ ਲੈ ਕੇ ਅੱਜ ਦਾ 333 ਸੀਟਾਂ ਦੇ ਲੈ ਕੇ ਸਮੁੱਚੀ ਬਹੁਮਤ ਨਾਲ ਸਰਕਾਰ ਬਣਾ ਚੁੱਕੀ ਆ। ਇਹ ਬੀਜੇਪੀ ਦੀ ਨੀਤੀ ਦੇ ਕਰਕੇ ਤਾਂ ਤੱਕ ਪਹੁੰਚੀ ਆ। ਇਹਨਾਂ ਕੋਲ ਕੋਈ ਸਮਾਂ ਸੀ 444 ਸੀਟਾਂ ਸੀ ਜੋ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਬਣਿਆ, ਅੱਜ 44 ਦਾ ਸੀਮਤ ਕਿਉਂ ਹੋ ਗਈ ਆ? ਮਾੜੀ ਸੋਚ ਕਰਕੇ, ਮਾੜੀ ਨੀਤੀ ਕਰਕੇ ਜੀ। ਜੇ ਬੀਜੇਪੀ ਵਰਗੀ ਨੀਤੀ ਕਿਤੇ ਹੁੰਦੀ ਨਾ, ਤੇ ਬੀਜੇਪੀ ਦੀ ਵਾਰੀ ਆਉਂਦੀ ਨਾ, ਬੀਜੇਪੀ ਆਪਣੀ ਚੰਗੀ ਸੋਚ ਕਰਦੀ ਹੈ, ਰਾਸ਼ਟਰ ਦਾ ਰਾਜ ਕਰਦੀ ਹੈ। ਔਰ ਤੁਸੀਂ ਇਹ ਵੀ ਵੇਖਿਆ ਹੋਏਗਾ, ਪ੍ਰਧਾਨ ਮੰਤਰੀ ਜੀ ਕਿਸੇ ਵੀ ਕੰਟਰੀ 'ਚ ਜਾਂਦੇ ਆ, ਉਹਨਾਂ ਦਾ ਖੁਦ ਖੁੱਲ੍ਹੇ ਦਿਲ ਦਾ ਸਵਾਗਤ ਹੁੰਦਾ, ਲੋਕੀ ਉਹਨਾਂ ਨੂੰ ਮਾਣ ਸਤਿਕਾਰ ਕਰਦੇ ਆ ਔਰ ਚੰਗਾ ਉਹਨਾਂ ਦਾ ਸਤਿਕਾਰ ਕਰਦੇ ਆ। ਚਲੋ ਸਾਡੇ ਤਾਂ ਦੇਸ਼ ਦਾ ਕੀ ਸਟੇਟ ਨੇ ਸਾਡੇ ਦੇਸ਼ ਦਾ ਕਾਫੀ ਜਾਣਦੇ ਨਾ, ਕੋਈ ਪੁੱਛਦਾ ਨਹੀਂ ਸਾਨੂੰ। ਇਹਦਾ ਕਹੀਂ ਕਰਜ਼ਾ ਮੰਗਣ ਵਾਲੇ ਬੱਚਾ ਮਰ ਕੇ ਜਾਂਦੇ ਆ, ਠੂਠਾ ਲੈ ਕੇ ਜਾਂਦੇ ਆ, ਅੱਜ ਅਸੀਂ ਦੇਣ ਵਾਲੇ ਜਾਂ ਸਿਫਾਰਿਸ਼ ਕਰਨ ਵਾਲੇ ਜਾਂਦੇ ਆ। ਬੀਜੇਪੀ ਅੰਮ੍ਰਿਤਸਰ ਦੇ ਵਾਸਤੇ ਕੀ ਕਰ ਰਹੀ ਹੈ? ਤੁਸੀਂ ਵੀ ਦਰਬਾਰ ਸਾਹਿਬ ਗਏ ਜੀ? ਉਹਦੀ ਲੁੱਕ ਵੇਖੀ? ਬਿਲਕੁਲ ਜੀ। ਅੱਜ ਉਹ ਸਭ ਬੀਜੇਪੀ ਦੀ ਬਦੌਲਤ ਹੈ। ਉਹ ਅਕਾਲੀ ਦਲ ਤਾਂ ਕ੍ਰੈਡਿਟ ਲੈ ਰਿਹਾ ਜੀ। ਕੱਲ੍ਹ ਤਾਂ ਸਾਡੀ ਭਾਈਵਾਲ ਪਾਰਟੀ ਆ। ਤੁਸੀਂ ਹੁਣ ਤੱਕ ਕਹਿ ਰਹੇ ਜੀ ਕਿ ਅਗਲੀ ਰਣਨੀਤੀ ਬਣਾਵਾਂਗੇ, ਮੈਂ ਤੁਹਾਨੂੰ ਪੁੱਛਿਆ ਸੀ। ਮੈਂ ਉਹ ਫਿਰ ਤੁਸੀਂ ਅੱਜ ਤੁਸੀਂ ਘਬਰਾਣਾ ਸਾਹਿਬ ਕਹਿ ਰਹੇ ਹੋ ਤੁਹਾਡੇ ਉਹ ਭਾਈਵਾਲ ਨੇ ਅਕਾਲੀ ਜੋ ਕੀਤਾ ਉਹ ਕਹਿ ਰਿਹਾ ਮੈਂ, ਜੋ ਕੀਤਾ ਕਰਕੇ ਵਿਖਾਇਆ ਉਹੀ ਗੱਲ। ਆਉਣ ਵਾਲਾ ਕੱਲ ਤੁਹਾਡਾ ਨਾਂ ਕਿਉਂ ਨਹੀਂ ਆਉਂਦਾ? ਕੱਲਾ ਅਕਾਲੀ ਦਲ ਦਾ ਕਿਉਂ ਨਾਂ ਆਉਂਦਾ ਕਿ ਅਕਾਲੀ ਦਲ ਹਰਿਮੰਦਰ ਸਾਹਿਬ ਦੀ ਲੁੱਕ ਬਦਲੀਏ? ਬੀਜੇਪੀ ਦਾ ਕਿਉਂ ਨਾਂ ਨਹੀਂ ਆਉਂਦਾ? ਕੱਲ ਸੈਂਟਰ ਤੋਂ ਪੈਸਾ ਸੈਂਟਰ ਸਰਕਾਰ ਬੀਜੇਪੀ ਦੀ, ਕੱਲ ਨੂੰ ਪੈਸਾ ਦਿੱਤਾ, ਕੱਲ ਦਾ ਜੋ ਸਾਡੀ ਭਾਈਵਾਲ ਦੀ ਤਾਂ ਪੈਸਾ ਲੱਗਾ। ਸਾਡੇ ਵਿਦੇਸ਼ ਮੰਤਰੀ ਸ਼ਹਿਰੀ ਵਿਕਾਸ ਮੰਤਰੀ ਜੀ ਹਰਦੀਪ ਪੁਰੀ ਜੀ, ਉਹਨਾਂ ਕਿੰਨਾ ਪੈਸਾ ਉਹਨੂੰ ਭੇਜਿਆ? ਤੁਹਾਡੇ ਸੰਬੰਧ ਕਿਉਂ ਅਕਾਲੀ ਦਲ ਨਾਲ ਖਰਾਬ ਹੋਏ? ਪੰਜੇ ਜੀ ਖਰਾਬ ਹੋਏ ਚੱਲ ਰਹੇ।
ਫਿਰ ਤੁਸੀਂ ਕਿੱਦਾਂ ਕਹਿ ਰਹੇ ਹੋ ਕਿ ਸੈਂਟਰ ਤੋਂ ਰਾਜਨੀਤੀ ਆਵੇਗੀ ਤੇ ਲੜਾਈ ਜਾਊਗਾ? ਤੁਹਾਡਾ ਕਿਉਂ ਨਹੀਂ ਗੱਠਜੋੜ? ਇਹ ਤੁਸੀਂ ਗੱਠਜੋੜ ਨੂੰ ਸਾਹਮਣੇ ਕਿਉਂ ਨਹੀਂ ਲੈ ਕੇ ਹਰ ਆਏ? ਪਾਰਟੀ ਦਾ ਸਾਂਝੇ ਤੌਰ ਤੇ ਬੀਜੇਪੀ ਅਕਾਲੀ ਦਲ ਕਿਉਂ ਨਹੀਂ ਕੰਮ ਕਰ ਰਿਹਾ? ਹਰ ਪਾਰਟੀ ਸਰਕਾਰੀ ਕਿੱਥੇ ਨੇ? ਹਰ ਪਾਰਟੀ ਦਾ ਸੰਵਿਧਾਨ ਹੁੰਦਾ। ਸਾਡੀ ਪਾਰਟੀ ਅਨੁਸ਼ਾਸਨ ਦੀ ਪਾਰਟੀ, ਸਾਨੂੰ ਜੋ ਹੁਕਮ ਹੋਏਗਾ ਪਾਰਟੀ ਦਾ ਹਾਈ ਕਮਾਂਡ ਤੱਕ ਉਹਦੇ ਨਾਲ ਚੱਲਣਾ। ਕੱਲ ਆਪਣੀ ਮਰਜ਼ੀ ਨਾਲ ਕੋਈ ਕੁਝ ਨਹੀਂ ਕਰ ਸਕਦਾ। ਅੱਛਾ ਚਲੋ ਮੰਨ ਲਓ, ਤਾਂ ਹੀ ਮੰਨ ਲਓ ਪਾਰਟੀ ਕੰਮ ਚੱਲ ਰਹੀ। ਬਰਨਾਲਾ ਸਾਹਿਬ ਮੰਨ ਲਓ 2022 ਦੇ ਵਿੱਚ ਤੁਹਾਡਾ ਅਕਾਲੀ ਦਲ ਦੇ ਨਾਲ ਗੱਠਜੋੜ ਹੋ ਜਾਂਦਾ ਵਾ, ਮੁੱਖ ਮੰਤਰੀ ਜੋ ਅਕਾਲੀ ਦਲ ਦਾ ਫੇਰ ਆਵੇਗਾ ਜਾਂ ਬੀਜੇਪੀ ਦਾ ਆਵੇਗਾ? ਮੰਨ ਲਓ। ਮੈਂ ਤੁਹਾਨੂੰ ਅੱਗੇ ਕਹਤਾ ਵੀ ਇਹ ਸਾਡੀ ਜਿਹੜੇ ਨਾ ਫੈਸਲਾ ਹਾਈ ਕਮਾਂਡ ਦਾ ਹੈ, ਹਾਈ ਕਮਾਂਡ ਨੇ ਦੱਸਣਾ ਜੀ ਬਾਰੇ। ਪੰਜਾਬ ਦੀ ਆਪਣੀ ਕੋਈ ਰਣਨੀਤੀ ਨਹੀਂ ਹੈਗੀ, ਆਪਾਂ ਕਹਿ ਸਕਦੇ ਹਾਂ। ਸਾਡੀ ਸਲਾਹ ਲਈ ਜਾਏਗੀ, ਵਿੱਚ ਬਵਾਂਗੇ, ਲੇਕਿਨ ਹਾਈ ਕਮਾਂਡ ਤੋਂ ਬਾਅਦ ਬੀਜੇਪੀ ਨੇ ਪੰਜਾਬ ਦੇ ਪ੍ਰਧਾਨ ਲਾਉਣ ਦੇ ਬਾਵਜੂਦ ਵੀ ਪੰਜਾਬ ਦਾ ਪ੍ਰਧਾਨ ਕਿਉਂ ਨਹੀਂ ਪੰਜਾਬ ਦੇ ਵਿੱਚ ਆਉਂਦਾ? ਉਹਦੀ ਵਜ੍ਹਾ ਕੀ ਹੈ? ਹੁਣ ਕਿਉਂ ਨਹੀਂ ਆਉਂਦਾ? ਉਹ ਤੇ ਆਲਰੇਡੀ ਪਿੰਡ ਜਾ ਕੇ ਘਰ ਜਾ ਕੇ ਪਿੱਛੇ ਜਦ ਸ਼ਰਾਬ ਪੀ ਕੇ ਬੰਦੇ ਮਰੇ ਆ, ਹਰ ਪਿੰਡ ਹਰ ਘਰ ਗਏ ਆ। ਮੈਂ ਖੁਦ ਨਾਲ ਗਿਆ ਆ, ਉਹਨਾਂ ਨਾਲ ਸੋਚ ਕਰਕੇ 2% ਕਰਕੇ ਆਏ, ਘਰ ਗਏ। ਗੱਲ ਕਰ ਲਈਏ ਗੁਰਦਾਸਪੁਰ ਦੀ। ਗੁਰਦਾਸਪੁਰ 'ਚ ਇੱਕ ਸੁਪਰਸਟਾਰ ਸਨੀ ਦਿਓਲ ਨੂੰ ਲੋਕਾਂ ਨੇ ਜਿਤਾਇਆ ਸੀਗਾ। ਅੱਜ ਸਨੀ ਦਿਓਲ ਦਿਖਾਈ ਨਹੀਂ ਦਿੰਦਾ ਜੀ ਕਿ ਬੀਜੇਪੀ ਕਦੀ ਇਸ ਦੇ ਬਾਰੇ ਕਿਹਾ ਨਹੀਂ ਕਿ ਬੀਜੇਪੀ ਨੇ ਕਿ ਤੁਸੀਂ ਲੋਕਾਂ ਦੇ ਪਿੰਡਾਂ ਜਾਂ ਦਿਹਾਤੀ ਏਰੀਏ ਦੇ ਵਿੱਚ ਜਾਂ ਜਿਹੜੇ ਗਰੀਬ ਲੋਕ ਆ ਲੋਕਡਾਊਨ ਦੇ ਵਿੱਚ ਕਦੀ ਸਨੀ ਦਿਓਲ ਨੂੰ ਦੇਖਿਆ ਨਹੀਂ ਗਿਆ। ਲੋਕਡਾਊਨ ਜਿਹਨੂੰ ਮਾਵਾਂ ਨੇ ਪੁੱਤ ਨਹੀਂ ਸੰਭਾਲੇ ਨਾ ਲੋਕੀ ਜਿਹਨੇ ਮਾਂ ਮਰ ਗਈ ਉਹ ਆਉਂਦੇ ਵੀ ਆਪੇ ਸਰਕਾਰ ਤੋਂ ਇਹੀ ਜਾਣਾ, ਤੇ ਉਦੋਂ ਕੌਣ ਘਰ ਫਿਰਦਾ? ਜਦੋਂ ਵਕਤ ਆਇਆ ਉਹ ਆਏ ਆ, ਸਾਰੇ ਲੋਕਾਂ ਨੂੰ ਮਿਲ ਕੇ ਗਏ ਆ, ਮੀਟਿੰਗਾਂ ਕਰਕੇ ਗਏ ਆ, ਫੰਡ ਦੇ ਕੇ ਗਏ, ਕੰਮ ਚਾਲੂ ਕਰਾ ਕੇ ਗਏ ਆ। ਐਸੀ ਗੱਲ ਨਹੀਂ ਹੈ। ਇਹ ਸਿਰਫ ਇਹਨਾਂ ਕੋਲ ਮੁੱਦਾ ਦੱਸ, ਇਹ ਜਿਹੜੇ ਗੱਲ ਕਹਿੰਦੇ ਆ, ਇਹ ਗੱਲਾਂ ਕਰਦੇ ਆ, ਇਹਨਾਂ ਨੂੰ ਪੁੱਛੋ ਵੀ ਇਹ ਕਿਹਨੇ ਘਰ ਦੁੱਖ ਪੁੱਛਣ ਗਏ? ਕਦੀ ਇਹਨਾਂ ਜਾ ਕੇ ਕਿਹਨੇ ਪੁੱਛਿਆ ਵੀ ਤੇਰੇ ਪੀਪੇ ਚੱਟਾ ਹੈਗਾ? ਕਦੀ ਇਹਨਾਂ ਪੁੱਛਿਆ ਵੀ ਦੱਸਦਾ ਤੁਸੀਂ ਰੋਟੀ ਖਾਧੀ ਨਹੀਂ ਖਾਧੀ? ਇਹ ਸਿਰਫ ਕਹਿਣ ਨੂੰ ਕਿਸੇ ਨਾਲ ਉਂਗਲ ਕਰਨੀ ਸੌਖੀ ਆ, ਲੇਕਿਨ ਇਹ ਤੇਰੇ ਕੋਲ ਆਪਣੇ ਨਾਲ ਵੀ ਹੈਗੀਆਂ। ਕਿ ਬੀਜੇਪੀ ਜੋ 22 ਦੇ ਵਿੱਚ ਤੁਸੀਂ ਕਹਿ ਰਹੇ ਜੋ ਕਿ ਜੋ ਜਿੰਨੀ ਵੀ ਰਣਨੀਤੀ ਆ ਉਹ ਸਾਰੀ ਸੈਂਟਰ ਤੋਂ ਹੀ ਬਣ ਕੇ ਆਵੇਗੀ, ਤੇ ਜਿਹੜਾ ਫਿਰ ਵੀ ਕਿ ਬੀਜੇਪੀ ਨੇ ਕਦੀ ਕੁਝ ਵੀ ਨਹੀਂ ਸੋਚਿਆ ਵੀ ਕਿ ਜਾਂ ਕਿ ਪੰਜਾਬ ਦੇ ਜੋ ਹਾਲਾਤ ਨੇ ਅੱਜ ਦੀ ਡੇਟ ਦੇ ਵਿੱਚ ਮਾੜੇ ਨੇ, ਕਿ ਖਾਲੀ ਪੇਪਰਾਂ ਦੇ ਵਿੱਚ ਵੀ ਨਹੀਂ ਇੰਨੇ ਕੋਈ ਖਾਸ ਬਿਆਨ ਆਉਂਦੇ ਤੁਹਾਡੇ, ਕਿ ਜਾਂ ਕੋਈ ਸੋਸ਼ਲ ਮੀਡੀਆ ਦੇ ਵਿੱਚ ਕੋਈ ਬੀਜੇਪੀ ਦਾ ਬਿਆਨ ਆਉਂਦਾ ਹੋਵੇ। ਜਦੋਂ ਵੀ ਬਿਆਨ ਦੇਖੇ ਗਏ ਆਮ ਆਦਮੀ ਪਾਰਟੀ ਦੇ ਦੇਖੇ ਗਏ ਆ। ਬੀਜੇਪੀ ਕਿਉਂ ਲੁੱਕ ਕੇ ਬੈਠੀ ਹੋਈ? ਮੈਂ ਵਾਰ-ਵਾਰ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹਾਂ। ਆਮ ਆਦਮੀ ਦੀ ਕਿਹੜੀ ਐਸੀ ਜਹਾਂ ਮਾਰੋ ਨਾ ਮਾਰੀ ਜਿਹੜੀ ਤੁਸੀਂ ਬਾਰ-ਬਾਰ ਆਮ ਆਦਮੀ ਦੀ ਗੱਲ ਕਰ ਰਹੇ ਕਿ ਕਿਸੇ ਆਮ ਆਦਮੀ ਬੁਲਾਉਣੀ ਨਹੀਂ ਕਰਦੇ ਤੁਸੀਂ? ਨਹੀਂ, ਮੈਨੂੰ ਕੀ ਲੋੜ ਹੈ? ਮੈਂ ਇੱਕ ਪੱਤਰਕਾਰ ਹਾਂ। ਮੈਂ ਗਰਦਾਰ ਸਾਹਿਬ ਮੈਂ ਪੱਤਰਕਾਰ ਹਾਂ। ਮੈਂ ਇੱਕ ਪੱਤਰਕਾਰਤਾ ਦੇ ਮੈਂ ਦੇ ਉੱਤੇ ਤੁਹਾਡੇ ਨਾਲ ਗੱਲ ਕਰ ਰਿਹਾ। ਤੁਸੀਂ ਗੱਲ ਕਰ ਰਹੇ ਤੁਸੀਂ ਗੱਲ ਕਰ ਰਹੇ ਦਿੱਲੀ ਦੇ ਵਿੱਚ ਜੋ ਬੀਜੇਪੀ ਨੂੰ ਨਕਾਰਿਆ ਗਿਆ ਵਾ, ਮੈਂ ਉਸੇ ਗੱਲ ਕਰ ਰਿਹਾ। ਤੁਸੀਂ ਕਿਸ ਕਾਂਗਰਸ ਤੇ ਆਮ ਆਦਮੀ ਲੜ ਕੇ ਲੜੀ ਸੇ। ਮੈਂ 20 ਦਿਨ ਤਰੀਕੇ ਹੈ ਪੂਰਾ ਲਗਾਤਾਰ ਇਲੈਕਸ਼ਨ ਦੇ ਵਿੱਚ ਇਹ ਲੜ ਕੇ ਲੜੇ ਆ। ਲਗਾਤਾਰ ਜੋ ਬੀਜੇਪੀ ਦੇ ਇਲਜ਼ਾਮ ਲੱਗ ਰਹੇ ਨੇ, ਬੀਜੇਪੀ ਨੇ ਉਹ ਕਰਤਾ, ਬੀਜੇਪੀ ਨੇ ਜੇ ਕਰਤਾ। ਮੈਂ ਤੁਹਾਨੂੰ ਇਹ ਗੱਲ ਕਰ ਰਿਹਾ, ਮੈਂ ਕਿਸੇ ਦਾ ਕੋਈ ਸਮਰਥਕ ਨਹੀਂ ਹੈਗਾ ਵੀ। ਮੈਂ ਕਿਸੇ ਦਾ ਸਮਰਥਕ ਨਹੀਂ ਹੈਗਾ ਵੀ। ਮੈਂ ਨਾ ਅਕਾਲੀ ਦਲ ਦਾ ਸਮਰਥਕ, ਨਾ ਮੈਂ ਕਾਂਗਰਸ ਦਾ ਸਮਰਥਕ, ਨਾ ਮੈਂ ਬੀਜੇਪੀ ਦਾ ਸਮਰਥਕ। ਮੈਂ ਸਿਰਫ ਮੁੱਦਿਆਂ ਨੂੰ ਲੈ ਕੇ ਗੱਲ ਕਰਾਂਗਾ। ਦੇਖੋ, ਮੈਂ ਤੁਹਾਨੂੰ ਐਸੀ ਸਮਾਜ ਦੀ ਗੱਲ ਕੀਤੀ। ਸਭ ਤੋਂ ਵੱਡੇ ਇਸ ਯੁੱਗ ਦੇ ਸਾਡੇ ਜਿਹੜੇ ਰਹਿਬਰ ਆ ਡਾਕਟਰ ਭੀਮਰਾਓ ਅੰਬੇਦਕਰ ਜੀ, ਕਿੰਨਾ ਚਿਰ ਸੈਂਟਰ ਤੇ ਸਰਕਾਰ ਰਹੀ ਜੀ, ਕਾਂਗਰਸ ਵਿੱਚ ਜੀ, ਇੱਕ ਵੀ ਯਾਦਗਾਰ ਇਹਨਾਂ ਜਿਹੜੀ ਆ ਡਾਕਟਰ ਸਾਹਿਬ ਦੀ ਨਹੀਂ ਬਣਾਈ। ਜਿੰਨੀਆਂ ਯਾਦਗਾਰਾਂ ਬਣੀਆਂ ਬੀਜੇਪੀ ਨੇ ਬਣਾਈਆਂ, ਚਾਹੇ ਉਹ ਇੱਥੇ ਬਣਾਈਆਂ ਤੇ ਜਿੱਥੇ ਉਹ ਪੜ੍ਹੀ ਜਾਂ ਉੱਥੇ ਬਣੀਆਂ। ਇਹ ਆਪਣੀ ਉਸ ਰਹਿਬਰ ਨੂੰ ਨਹੀਂ ਮੰਨਦੇ, ਉਸ ਆਪਣੇ ਗੁਰੂ ਨੂੰ ਨਹੀਂ ਮੰਨਦੇ, ਆਪਣੇ ਪੀਰ ਨੂੰ ਨਹੀਂ ਮੰਨਦੇ। ਦੂਜੇ ਰਹਿਬਰ ਸਾਡੇ ਆਪਣੇ ਭਗਵਾਨ ਵਾਲਮੀਕੀ ਜੀ ਉੱਥੇ ਜਾ ਕੇ ਕਬਜ਼ਾ ਕਰਦੇ ਆ। ਤੁਸੀਂ ਇਹਨਾਂ ਦੀ ਕੀ ਗੱਲ ਕਰਦੇ? ਤੁਸੀਂ ਗੱਲ ਬਾਬਾ ਸਾਹਿਬ ਦੀ ਗੱਲ ਕਰ ਰਹੇ ਜੋ, ਰਹਿਬਰ ਦੀ ਤੁਸੀਂ ਗੱਲ ਕਰ ਰਹੇ ਜੋ। ਕਈ ਵਾਰ ਤਾਂ ਸੰਵਿਧਾਨ ਦੇ ਨਾਲ ਛੇੜਛਾੜ ਹੋਈ, ਉਦੋਂ ਬੀਜੇਪੀ ਕਿੱਥੇ ਸੀਗੀ? ਜੰਮੂ ਦੇ ਵਿੱਚ ਤੁਸੀਂ ਦੇਖਿਆ ਹੋਣਾ ਵਾ ਵੀ, ਮੈਂ ਖੁਦ ਵੀ ਦੇਖਿਆ ਸੀਗਾ ਜੰਮੂ ਕਸ਼ਮੀਰ ਦੇ ਵਿੱਚ, ਕਿ ਜਿਹੜੇ ਸੀਗੇ ਉੱਥੇ ਉਹ ਜਿਹੜਾ ਸੰਵਿਧਾਨ ਨੂੰ ਲੈ ਕੇ ਕਈ ਵਾਰ ਜਿਹੜੇ ਉਹਦੇ ਪੱਤਰੇ ਵੀ ਪਾੜੇ ਗਏ, ਬੇਅਦਬੀ ਵੀ ਕੀਤੀ ਗਈ ਆ। ਕਿ ਜੋ ਬੀਜੇਪੀ ਨੇ ਉਦੋਂ ਕਿਉਂ ਨਹੀਂ ਬਾਬਾ ਸਾਹਿਬ ਦੀ ਸੋਚ ਤੇ ਪੈਰ ਦਿੱਤਾ? ਤੁਸੀਂ ਕਿਤੇ ਐਸੀ ਸਮਾਜ ਹੁੰਦੇ ਬਲੌਗ, ਤੁਹਾਨੂੰ ਪਤਾ ਵੀ ਨਾ ਜਦੋਂ ਸੱਤਾ ਧਾਰਾ ਕੀ ਆ ਤੇ ਕਿਉਂ ਤੋੜਿਆ ਗਿਆ? ਮੈਂ ਗਮਡਾਲਾ ਸਾਹਿਬ ਵੈਸੇ ਹੀ ਤੁਹਾਡੇ ਤੋਂ ਹੀ ਹੈ। ਦੇਖੋ, ਮੈਨੂੰ ਮੈਂ ਮੁੱਦਿਆਂ ਦੀ ਕਰ ਰਿਹਾ। 370 ਧਾਰਾ ਕੀ ਸੀ ਪਤਾ ਤੁਹਾਨੂੰ? ਹਾਂਜੀ। ਉੱਥੇ ਸਾਡੇ ਐਸੀ ਸਮਾਜ ਵਾਲਮੀ ਸਮਾਜ ਦੇ ਜਿੰਨੇ ਵੀ ਲੋਕ ਆ, ਉਹ ਜੇ BA ਕਰਦੇ, MA ਕਰਦੇ, ਕੋਈ ਡਿਗਰੀ ਕਰਦੇ, ਸਫਾਈ ਸੇਵਕ ਤੋਂ ਵੱਧ ਉਹਨਾਂ ਨੌਕਰੀ ਨਹੀਂ ਸੀ ਮਿਲਦੀ। ਸਾਡਾ ਬੰਦਾ ਐਸੀ ਸਮਾਜ ਦਾ ਵੋਟ ਨਹੀਂ ਸੀ ਪਾਉਂਦਾ, ਪੰਚਾਇਤ ਤੋਂ ਲੈ ਕੇ ਰੱਟ ਤੱਕ ਵੋਟ ਨਹੀਂ ਪਾਉਂਦਾ। ਅੱਜ ਉਹ ਸਾਰੇ ਹੱਕ ਮਿਲੇ ਆ। 370 ਤਾਂ ਤੋੜੀ ਗਈ ਆ। ਆਪਣੇ ਫਾਇਦੇ ਵਾਸਤੇ ਨਹੀਂ ਕੀਤਾ ਕਿਨੇ, ਮੋਦੀ ਸਾਹਿਬ ਨੇ ਇਹ ਤਾਂ ਕੀਤਾ ਆ ਕਿ ਸਭ ਨੂੰ ਬਰਾਬਰ ਪਾ ਸਕੇ। ਠੀਕ ਹੈ ਗਮਟਾਲਾ ਸਾਹਿਬ,
ਮਤਲਬ ਤੁਸੀਂ ਗੱਲ ਕਰ ਰਹੇ ਜੋ ਠੀਕ ਹੈ, ਮੋਦੀ ਨੇ ਉਹ ਕੀਤਾ ਜੇ ਕੀਤਾ ਵਾ, ਆਪਾਂ ਫਿਰ ਤੋਂ ਇੱਕ ਵਾਰ ਜੋ ਗੱਲ ਕਰਾਂਗੇ ਅੰਮ੍ਰਿਤਸਰ ਦੀ ਜੋ ਕਾਫੀ ਮੁੱਦੇ ਦੇ ਕੇ ਗਏ ਨੇ ਇੱਥੇ। ਮੈਂ ਫਿਰ ਤੋਂ ਇੱਕ ਵਾਰ ਗੱਲ ਕਰਾਂਗਾ ਕਿ ਜਿਹੜਾ ਲੋਕਾਂ ਦਾ ਕੰਮ ਧੰਦਾ ਵਾ, ਉਹ ਕੰਮ ਧੰਦਾ ਕਾਫੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਏਰੀਆ ਨਾ ਹੋਣ ਕਰਕੇ ਜਿੰਨੇ ਵੀ ਕੰਮ ਸੀਗੇ ਉਹ ਜਿਹੜੇ ਸਾਰੇ ਠੱਪ ਪਏ ਨੇ। ਕੁਝ ਰੇਲਵੇ ਦੇ ਵਿੱਚ ਲੋਕ ਕੰਮ ਕਰਦੇ ਸੀਗੇ, ਉਹਨਾਂ ਦਾ ਵੀ ਜਿਹੜਾ ਵਾ ਰੋਟੀ ਪਾਣੀ ਜਿਹੜਾ ਵਾ ਉਹ ਅੱਜ ਦੀ ਡੇਟ ਦੇ ਵਿੱਚ ਜਿਹੜਾ ਉਹ ਬੰਦ ਪਿਆ ਵਾ। ਤੇ ਇਹ ਕੀ ਤੁਸੀਂ ਕੀ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਕੁਦਰਤੀ ਮਹਾਂਮਾਰੀ ਹੈ, ਇਹ 'ਚ ਕਿਸੇ ਦਾ ਕੋਈ ਵਾਸੀ ਗੱਲ ਨਹੀਂ ਹੈ। ਇਹ ਪੂਰੇ ਦੁਨੀਆ 'ਤੇ ਆ, ਇਕੱਲੇ ਅੰਮ੍ਰਿਤਸਰ 'ਤੇ ਨਹੀਂ, ਇਕੱਲੇ ਪੰਜਾਬ 'ਤੇ ਨਹੀਂ, ਇਕੱਲੇ ਭਾਰਤ 'ਤੇ, ਪੂਰੀ ਦੁਨੀਆ 'ਤੇ ਆ। ਉਹਦੇ ਨਾਲ ਸਾਨੂੰ ਅਸੀਂ ਤਾਂ ਫਿਰ ਵੀ ਚੰਗੇ ਆ ਵੀ ਅਸੀਂ ਥੋੜ੍ਹਾ ਪਹਿਲੋਂ ਤੁਰਦੇ ਹਾਂ ਅਤੇ ਕੰਟਰੋਲ ਕਰ ਲਿਆ, ਤਾਂ ਅੱਜ ਅਸੀਂ ਕੁਝ ਬਚਾਅ ਵਾਲੇ ਪਾਸੇ ਜਾ ਰਹੇ ਹਾਂ। ਤੇ ਜੇ ਪਹਿਲੋਂ ਸਭ ਤੋਂ ਜ਼ਰੂਰੀ ਆ ਆਪਣੇ ਘਰ ਦਾ ਬਚਾਅ ਕਰਨਾ। ਰੋਟੀ ਆਪਾਂ ਰੁੱਖੀ ਵੀ ਖਾ ਲਾਂਗੇ 4 ਦਿਨ ਤਾਂ ਕੋਈ ਫਰਕ ਨਹੀਂ ਪੈਂਦਾ, ਮਾੜੀ ਵੀ ਖਾ ਲਾਂਗੇ ਕੋਈ ਫਰਕ ਨਹੀਂ ਪੈਂਦਾ। ਆਪਣੇ ਘਰ ਦੇ ਜੀ ਮਤਲਬ ਸਹੀ ਸਲਾਮਤ ਹੋਣਗੇ ਨਾ, ਤੇ ਸਾਨੂੰ ਘਰ 'ਚ ਸੁੱਖ ਸ਼ਾਂਤੀ ਹੋਏਗੀ, ਤੇ ਅਸੀਂ ਕਮਾਈ ਕਰਾਂਗੇ, ਮਿਹਨਤ ਕਰਾਂਗੇ, ਤੇ ਰੋਟੀ ਚੰਗੀ ਆਪੇ ਖਾਣ ਲੱਗੇ। ਸਭ ਤੋਂ ਜ਼ਰੂਰੀ ਆਪਣਾ ਪਰਿਵਾਰ ਬਚਾਉਣਾ, ਸਾਨੂੰ ਆਪਣਾ ਘਰ ਬਚਾਉਣਾ, ਆਪਣਾ ਦੇਸ਼ ਬਚਾਉਣਾ। ਲਾਸਟ ਦੇ ਵਿੱਚ ਗਮਡਾਲਾ ਸਾਹਿਬ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਤੁਸੀਂ ਲੋਕਾਂ ਨੂੰ? ਮੈਂ ਤਾਂ ਇਹ ਕਹਾਂਗਾ, ਦੇਖੋ ਪੰਜਾਬ ਵਿੱਚ ਸਭ ਤੋਂ ਵੱਧ ਪੂਰੇ ਦੁਨੀਆ ਤੋਂ ਸ਼ਡਿਊਲ ਕਾਸਟ ਦਾ ਜਿਹੜਾ ਪੰਜਾਬ 'ਚ ਗਿਣਤੀ ਵੱਧ ਗਈ ਹੈ ਜੀ। ਸ਼ਡਿਊਲ ਕਾਸਟਾਂ ਦੇ ਵਿੱਚੋਂ ਮੇਬੀ ਸਿੱਖਾਂ ਦੀ ਗਿਣਤੀ ਸਭ ਤੋਂ ਵੱਧ ਗਈ ਹੈ ਜੀ। ਲੇਕਿਨ ਇਹ ਸਾਡੇ ਪਾਰਟੀਆਂ ਆ, ਚਾਹੇ ਉਹ ਅਕਾਲੀ ਦਲ ਲਾ ਲਓ, ਚਾਹੇ ਕਾਂਗਰਸ ਲਾ ਲਓ, ਮੈਂ BJP ਨੂੰ ਲਾ ਲਓ, ਜੇ ਸਾਨੂੰ ਸਾਡਾ ਬਣਦਾ ਸਤਿਕਾਰ ਦਿੰਦੇ ਨਾ, ਸਾਡਾ ਵਕਤ ਕਰ ਦਿੰਦੇ ਆ, ਸਾਡੀ ਪੂਰੀ ਪਿੱਠ 'ਤੇ ਹੱਥ ਰੱਖਣਗੇ, ਤੇ ਅਸੀਂ ਇੱਕ ਕੌਮ ਐਸੀ ਕੌਮ ਆ ਜੀ ਜਿਹੜੀ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ ਪੂਰੀ ਧਿਰ ਬਣ ਕੇ ਨਾਲ ਖੜਦੀ ਹੈ। ਇਹਨਾਂ ਨੇ ਕਾਂਗਰਸ ਦੇ ਨਾਲ ਖੜੇ ਤੇ 60 ਸਾਲ ਰਾਜ ਕੀਤਾ ਜੀ ਕਾਂਗਰਸ ਨੇ ਜੀ। ਉਹਦੀ ਤਰਜ਼ ਤੇ ਮੁੜ ਕੇ ਅਕਾਲੀ ਦਲ ਦੇ ਨਾਲ ਖੜੇ ਤੇ 5 ਵਾਰੀ CM ਬਣਾਇਆ ਬਾਦਲ ਸਾਹਿਬ ਨੂੰ। ਅੱਜ ਵੀ ਜਿਹੜਾ ਇਹਨਾਂ ਦੀ ਪਿੱਠ 'ਤੇ ਹੱਥ ਰੱਖੇਗਾ, ਜਿਹੜਾ ਇਹਨਾਂ ਦਾ ਸਤਿਕਾਰ ਕਰੇਗਾ, ਉਹਦੇ ਨਾਲ ਖੜਨਗੇ, ਉਹਦੀ ਪੂਰੀ ਪੱਖ ਪੂਰਨਗੇ। ਮੈਂ ਇੱਕ ਗੱਲ ਤੁਹਾਨੂੰ ਵਾਅਦੇ ਨਾਲ ਕਹਿ ਸਕਦਾ ਕਿ ਮੈਂ ਵੀ ਮਾਰਸ਼ਲ ਕੌਮ ਆ, ਜਰਨੈਲਾਂ ਦੀ ਕੌਮ, ਬਾਦਲ ਕੌਮ ਜਿਹਦੇ ਨਾਲ ਖੜਦੀ ਆ, ਉਹਨੂੰ ਪਿੱਠ ਨਹੀਂ ਦਿੰਦੀ, ਮਰ ਮਿਟਦੀ ਆ, ਅੱਗੇ ਹੋ ਕੇ ਤੁਰਦੀ ਆ, ਪਿੱਛੇ ਲੱਗ ਕੇ ਨਹੀਂ ਤੁਰਦੀ। ਪਰ ਸਾਡੇ ਨਾਲ ਜਦੋਂ ਕਹਾਣੀ ਵੱਲ ਹੁੰਦੀ ਹੈ, ਉੱਥੇ ਤੁਹਾਨੂੰ ਦੁੱਖ ਹੁੰਦਾ। ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਜੋ ਕੀਮਤੀ ਸਮਾਂ ਦਿੱਤਾ ਜਾਗੋ ਪੰਜਾਬ TV ਦੀ ਟੀਮ ਨੂੰ। ਮੈਂ ਤੁਹਾਡਾ ਗਮਟਾਲਾ ਸਾਹਿਬ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਤੇ ਇਸੇ ਤਰੀਕੇ ਦੇ ਨਾਲ ਤੁਹਾਨੂੰ ਫਿਰ ਤੋਂ ਇਸ ਮੁੱਦਾ ਬਹਿਸ ਦੇ ਜੋ ਪ੍ਰੋਗਰਾਮ ਇਸ ਦੇ ਵਿੱਚ ਕਿਸੇ ਹੋਰ ਮਹਾਨ ਹਸਤੀ ਨੂੰ ਤੁਹਾਡੇ ਰੂਬਰੂ ਲੈ ਕੇ ਆਵਾਂਗੇ। ਮੈਨੂੰ ਦੇਣਾ ਇਜਾਜ਼ਤ। ਮੈਂ ਤੁਹਾਡਾ ਆਪਣਾ ਅਵਤਾਰ ਘੰਟਾ, ਕੈਮਰਾਮੈਨ ਸੁਖਦੀਪ ਤੇ ਬਲਵਿੰਦਰ ਮਾਨ ਦੇ ਨਾਲ।